ਪੰਦੇਰ ਸਾਹਿਬ, ਬ੍ਰਿਟੇਨ ਦੇ ਹਾਈ ਕਮਿਸ਼ਨਰ ਨੇ ਭਗਵੰਤ ਮਾਨ ਦੀ ਬੜੀ ਤਾਰੀਫ ਕੀਤੀ ਹੈ। ਉਹ ਕਹਿੰਦੇ ਮੈਂ ਇਦਾਂ ਦਾ ਮੁੱਖ ਮੰਤਰੀ ਨਹੀਂ ਕਦੇ ਵੇਖਿਆ। ਦੇਖੋ ਜੀ, ਭਗਵੰਤ ਮਾਨ ਦੀ ਜਿਵੇਂ ਪਹਿਲਾਂ ਕਿਸੇ ਟਾਈਮ ਤੇ ਆਪਣੇ ਚੱਲਦਾ ਹੁੰਦਾ ਸੀ, ਹੋ ਗਈ ਬੱਲੇ ਬੱਲੇ ਉਹ ਹੋਈ ਪਈ ਆ। ਇੱਕ ਐਕਸ਼ਨ ਜਿਹੜਾ ਸੀ ਆਪਣੇ ਮੰਤਰੀ ਦੇ ਖਿਲਾਫ ਲਿਆ ਹੋਇਆ, ਉਹਦੇ ਨਾਲ ਪੰਜਾਬ ਦੇ ਲੋਕਾਂ ਦੇ ਤਾਂ ਹਰਮਨ ਪਿਆਰੇ ਲੀਡਰ ਬਣੇ ਗਏ, ਆਈਕੋਨਿਕ ਫਿਗਰ ਬਣ ਗਏ। ਮੈਂ ਕੱਲ ਦੇ ਪ੍ਰੋਗਰਾਮ 'ਚ ਆ ਨਹੀਂ ਸਕਿਆ ਕਿਉਂਕਿ ਕੱਲ ਮੈਨੂੰ ਕਿਤੇ ਜਾਣਾ ਪਿਆ, ਪਰ ਉਹ ਮੈਂ ਮੌਕਾ ਵਰਤਿਆ ਵਾਸੂ ਜੀ ਲੋਕਾਂ ਨੂੰ ਪੁੱਛਣ ਦੇ ਬਾਰੇ। ਮੈਂ ਕੋਈ ਦਿਨ ਦੇ ਵਿੱਚ 100 ਲੋਕਾਂ ਦੇ ਨਾਲ ਗੱਲਬਾਤ ਕੀਤੀ। ਅੱਛਾ ਜੀ। ਆਮ ਲੋਕਾਂ ਨਾਲ ਜਿਹੜੇ ਜਿਨ੍ਹਾਂ ਦਾ ਸਿਆਸਤ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਹੈ, ਉਹਨਾਂ ਨੂੰ ਮੈਂ ਪੁੱਛਿਆ ਵੀ ਤੁਸੀਂ ਕਦੇ ਕਿਸੇ ਮੰਤਰੀ ਨੂੰ, MLA ਨੂੰ, MP ਨੂੰ, CM ਤਾਂ ਦੂਰ ਦੀ ਗੱਲ ਆ, ਉਹਨਾਂ ਨੂੰ ਕਦੇ ਮਿਲੇ? ਉਹ ਨਹੀਂ ਸੀ ਮਿਲੇ ਕਿਸੇ ਨੂੰ, ਨਾ ਹੀ ਕਿਸੇ ਰੈਲੀ 'ਚ ਗਏ ਹੋਏ ਸੀ ਮੋਸਟਲੀ ਜਿਹੜੇ ਲੋਕ ਸੀ। ਪਰ ਉਹ ਭਗਵੰਤ ਮਾਨ ਦੇ ਨਾਲ ਉਹ ਮੈਂ ਇੱਕ ਬੀਬੀ ਦੇ ਨਾਲ ਗੱਲ ਕੀਤੀ, ਉਹਨੇ ਤਾਂ ਝੋਲੀ ਅੱਡ ਲਈ, ਕਹਿੰਦੀ ਜੀ ਭਗਵੰਤ ਮਾਨ ਨੂੰ ਲੰਬੀ ਉਮਰ ਬਖਸ਼ੇ ਰੱਬ। ਤੇ ਇਹ ਤਾਂ ਲੋਕਾਂ ਦਾ ਵਾ। ਤੁਸੀਂ ਇਹ ਦੇਖੋ, ਜਿਹੜੇ ਭਗਤ ਸਿੰਘ ਨੂੰ ਉਹ ਆਪਣਾ ਆਈਡੀਅਲ ਸਮਝਦੇ ਨੇ ਤੇ ਉਹਦੀ ਟੋਟਲ ਆਪਣਾ ਹਰ ਇੱਕ ਗੱਲ 'ਚ ਭਗਤ ਸਿੰਘ ਦਾ ਗੱਲ ਕਰਦੇ ਆ। ਜਿਸ ਸਰਕਾਰ ਦੇ ਖਿਲਾਫ ਭਗਤ ਸਿੰਘ ਨੇ ਜਦੋਂ ਜਹਿਦ ਕੀਤੀ, ਉਸ ਸਰਕਾਰ ਦਾ ਰਾਜਦੂਤ ਆ ਕੇ ਚੰਡੀਗੜ੍ਹ 'ਚ ਭਗਵੰਤ ਮਾਨ ਨਾਲ ਮਿਲੇ ਤੇ ਉਸ ਤੋਂ ਬਾਅਦ 'ਚੋਂ ਮੀਡੀਆ ਨੂੰ ਕਹੇ ਕਿ ਜੀ ਮੈਂ ਤਾਂ ਜੀ ਇਹੋ ਜਿਹਾ ਕਦੇ ਚੀਫ ਮਿਨਿਸਟਰ ਨਹੀਂ ਦੇਖਿਆ। ਇਹ ਬਹੁਤ ਵੱਡੀ ਗੱਲ ਆ। ਰਾਜਦੂਤ ਜਿਹੜੇ, ਉਹਨਾਂ ਦਾ ਨਾਮ ਹੈਗਾ ਜੀ ਐਲੈਕਸ ਐਲਿਸ, ਉਹ ਚੰਡੀਗੜ੍ਹ ਆਏ ਸੀ ਭਗਵੰਤ ਮਾਨ ਨੂੰ ਉਹਨਾਂ ਦੇ ਆਫੀਸ਼ੀਅਲ ਰੈਜ਼ੀਡੈਂਸ ਵਿੱਚ, ਕਿਉਂਕਿ ਜਾਂਦੇ ਰਹਿੰਦੇ ਆ ਜਿਹੜੇ ਰਾਜਦੂਤ ਹੁੰਦੇ ਨੇ, ਉਹ ਅਲੱਗ-ਅਲੱਗ ਚੀਫ ਮਿਨਿਸਟਰਸ ਨੂੰ ਮਿਲਦੇ ਆ। ਨਾਰਮਲੀ ਇਹੋ ਜਿਹੀਆਂ ਜਿਹੜੀ ਸ਼ਲਾਘਾ ਵਾ ਜਾਂ ਇਹੋ ਜਿਹੇ ਕੌਮੈਂਟਸ ਨੇ, ਇਹ ਸਾਊਥ ਇੰਡੀਆ ਦੇ ਜਿਹੜੇ ਮੁੱਖ ਮੰਤਰੀ ਆ ਉਹਨਾਂ ਨੂੰ ਮਿਲਦੇ ਹੁੰਦੇ ਆ। ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਦੀ ਆਪਣਾ ਪਰਿਵਾਰ ਕਿਸੇ ਟਾਈਮ ਤੇ ਬ੍ਰਿਟਿਸ਼ ਸਾਮਰਾਜ ਦੇ ਬਹੁਤ ਨੇੜੇ ਸੀ, ਬਹੁਤ ਕਲੋਜ਼ ਸੀ, ਆਪ ਵੀ ਉਹ ਉਹਨਾਂ ਦੇ ਜਿਹੜੀਆਂ ਹੈਗੀਆਂ ਇੰਗਲੈਂਡ ਦੀਆਂ ਬਹੁਤ ਸਾਰੀਆਂ ਫੈਮਲੀਜ਼ ਜਿਹੜੀਆਂ ਇਸ ਵੇਲੇ ਰੂਲਿੰਗ ਫੈਮਲੀਜ਼ ਨੇ, ਇਨਫਲੂਐਂਸ਼ੀਅਲ ਫੈਮਲੀਜ਼ ਨੇ, ਉਹਨਾਂ ਦੇ ਨਜ਼ਦੀਕ ਨੇ, ਉਹਨਾਂ ਨੂੰ ਵੀ ਨਹੀਂ ਕਿਸੇ ਨੇ ਐਡਾ ਵੱਡੀ ਸ਼ਲਾਘਾ ਕੀਤੀ। ਸੋ ਭਗਵੰਤ ਮਾਨ ਦੀ ਜਿਹੜੀ ਕਾਰਜਸ਼ੈਲੀ ਹੈ ਉਹ ਹੁਣ ਇੰਟਰਨੈਸ਼ਨਲ ਲੈਵਲ ਦੇ ਉੱਤੇ ਮੰਨੀ ਜਾਂਦੀ ਹੈ। ਬੇਸ਼ੱਕ ਵਿਰੋਧੀ ਹੈ, ਉਹਨਾਂ ਦੇ ਬਾਰੇ ਕਈ ਕੁਛ ਕਹੀ ਜਾਣ, ਜੋ ਮਰਜ਼ੀ ਕਹਿਣਾ, ਉਹਨਾਂ ਦੀ ਉਹ ਮਰਜ਼ੀ ਹੈ, ਤੇ ਉਹਨਾਂ ਨੇ ਗੱਲ ਕਰਨੀ ਹੁੰਦੀ ਹੈ। ਜਿਹੜੀ ਹੁਣ ਇਹਨਾਂ 'ਚ ਗੱਲਬਾਤ ਹੋਈ, ਭਗਵੰਤ ਮਾਨ ਉਹਨਾਂ ਨੇ ਗੱਲ ਕੀ ਕੀਤੀ? ਗੱਲ ਤਾਂ ਹੁਣ ਇਹ ਆਉਂਦੀ ਆ, ਐਲੈਕਸ ਐਲਿਸ ਨੂੰ ਪਸੰਦ ਕੀਤਾ ਹੈ ਕਿ ਜੀ ਉਹਨਾਂ ਨੇ ਜਿਹੜੀ ਰਿਪੋਰਟ ਹੋਈ ਕਿ ਚੀਫ ਮਿਨਿਸਟਰ ਹਾਰਡ ਵਰਕਿੰਗ ਨੇ, ਡਾਊਨ ਟੂ ਅਰਥ ਹੈ, ਕੋਈ ਵਲ ਵਿੰਗ ਨਹੀਂ ਹੈ, ਜਿਹੜੀ ਗੱਲ ਕਰਨਾ ਚਾਹੁੰਦੇ ਨੇ ਉਹਦੇ ਬਾਰੇ ਪੂਰੀ ਇਨਫੋਰਮੇਸ਼ਨ ਲੈ ਕੇ ਟੇਬਲ ਤੇ ਬੈਠਦੇ ਆ, ਤੇ ਆਮ ਲੋਕਾਂ ਦਾ ਕੰਸਰਨ ਜਿਹੜਾ ਹੈ ਚੀਫ ਮਿਨਿਸਟਰ ਦੀ ਗੱਲਬਾਤ 'ਚੋਂ ਝਲਕਦਾ। ਸੋ ਹੁਣ ਜਿਹੜੀ ਇੱਕ ਸਭ ਤੋਂ ਵੱਡੀ ਜਿਹੜੀ ਹੈਗੀ ਆ, ਉਹ NRIs ਵਾਸਤੇ ਖੁਸ਼ੀ ਦੀ ਗੱਲ ਹੈ। ਭਗਵੰਤ ਮਾਨ ਨੇ ਐਲੈਕਸ ਐਲਿਸ ਦੇ ਨਾਲ ਇਹ ਕਿਹਾ ਕਿ ਹੀਥਰੋ ਏਅਰਪੋਰਟ ਤੋਂ ਚੰਡੀਗੜ੍ਹ ਨੂੰ ਔਰ ਅੰਮ੍ਰਿਤਸਰ ਨੂੰ ਜ਼ਿਆਦਾ ਫਲਾਈਟਸ ਆਉਣੀਆਂ ਚਾਹੀਦੀਆਂ ਨੇ। ਪੰਜਾਬੀ ਬਹੁਤ ਵੱਸਦੇ ਆ, ਉਹਨਾਂ ਨੂੰ ਵਾਇਆ ਦਿੱਲੀ ਆਉਣਾ ਪੈਂਦਾ ਤੇ ਵਲ ਵਿੰਗ ਪਾਉਣਾ ਪੈਂਦਾ, ਔਰ ਇਹਦੇ ਵਾਸਤੇ ਐਲੈਕਸ ਐਲਿਸ ਨੇ ਕਿਹਾ ਜੀ ਕਿ ਉਹ ਆਪਣੀ ਸਰਕਾਰ ਦੇ ਨਾਲ ਗੱਲ ਕਰਨਗੇ। ਗੱਲ ਇੱਥੇ ਨਹੀਂ ਰੁਕੀ। ਭਗਵੰਤ ਮਾਨ ਨੇ ਜਿਹੜਾ ਪੰਜਾਬ ਦਾ ਸਿਵਲ ਐਵੀਏਸ਼ਨ ਜਿਹੜਾ ਹੈਗਾ ਮਹਿਕਮਾ, ਉਹਦੇ ਆਲਾ ਅਫਸਰਾਂ ਨੂੰ ਸੱਦ ਕੇ ਉਹਨਾਂ ਦੀ ਵੀ ਮੀਟਿੰਗ ਲਈ ਤੇ ਕਿਹਾ ਕੇਂਦਰੀ ਸਰਕਾਰ ਦੇ ਨਾਲ ਵੀ ਇਸ ਮੁੱਦੇ ਨੂੰ ਚੱਕੋ ਤੇ ਸਾਡੇ ਵੀ ਚੰਡੀਗੜ੍ਹ ਦੇ ਉੱਤੇ ਜਿਹੜਾ ਚੰਡੀਗੜ੍ਹ ਏਅਰਪੋਰਟ ਹੈ, ਇਹਦੇ ਉੱਪਰ ਇੰਟਰਨੈਸ਼ਨਲ ਫਲਾਈਟਸ ਜਿਹੜੀਆਂ ਹੈਗੀਆਂ ਉਹ ਇੰਗਲੈਂਡ ਤੋਂ ਆਉਣੀਆਂ ਸ਼ੁਰੂ ਹੋ ਜਾਣ। ਔਰ ਅੰਮ੍ਰਿਤਸਰ ਵਾਸਤੇ ਵੀ ਉਹਨਾਂ ਨੇ ਡਿਮਾਂਡ ਕੀਤੀ ਹੈ ਕਿ ਬਹੁਤ ਸਾਰੇ ਜਿਹੜੇ ਸਾਡੇ NRI ਭਾਈਚਾਰੇ ਦੇ ਲੋਕ ਨੇ, ਉਹ ਸਿਰਫ ਅੰਮ੍ਰਿਤਸਰ ਸ਼ਾਇਦ 2 ਦਿਨਾਂ ਵਾਸਤੇ ਹੀ ਆਉਣਾ ਚਾਹੁੰਦੇ ਆ। ਕਿਸੇ ਦਾ ਬੱਚੇ ਦਾ ਜਨਮ ਦਿਨ ਹੁੰਦਾ, ਕਿਸੇ ਦਾ ਹੋਰ, ਉਹ ਸਿਰਫ ਦਰਬਾਰ ਸਾਹਿਬ ਮੱਥਾ ਟੇਕ ਕੇ ਹੀ ਵਾਪਸ ਮੁੜਨਾ ਚਾਹੁੰਦੇ ਨੇ। ਔਰ ਕੁਛ ਜਿਹੜੇ ਹੈਗੇ ਜੀ, ਮੇਰੇ ਤਾਂ ਆਪਣੇ ਮੈਂ ਪਰਿਵਾਰ 'ਚ ਦੇਖ ਰਿਹਾ, ਸਾਡੇ ਵੀ ਮੇਰੇ ਬਹੁਤ ਨੇੜਲੇ ਰਿਸ਼ਤੇਦਾਰ ਨੇ, ਉਹ ਥੋੜੇ ਜਿਹੇ ਬਿਮਾਰ ਨੇ, ਉਹ ਆਪਣੀ ਜਿਹੜਾ ਬਿਮਾਰੀ ਦਾ ਇਲਾਜ ਇੱਥੇ ਕਰਨਾ ਚਾਹੁੰਦੇ ਆ। ਸੋ ਕਿਉਂਕਿ ਤੁਸੀਂ ਆਪਣੇ ਹੀ ਪ੍ਰੋਗਰਾਮਾਂ 'ਚ ਗੱਲ ਕਰਦੇ ਹੋ ਕਿ ਕੈਨੇਡਾ ਦੇ ਵਿੱਚ ਜਿਵੇਂ ਉਹ ਕੈਨੇਡਾ ਤੋਂ ਹੀ ਨੇ, ਔਰ ਉਹ ਨਹੀਂ ਫੈਸਿਲਿਟੀਜ਼ ਕਈ ਵਾਰੀ ਇੰਨੀ ਛੇਤੀ ਮਿਲਦੀ ਹੈ ਮਰੀਜ਼ ਨੂੰ। ਇੱਥੇ ਉਹਨਾਂ ਨੂੰ ਮਿਲ ਗਈਆਂ ਉਹ ਫੈਸਿਲਿਟੀਜ਼, ਬੇਸ਼ੱਕ ਹੋਰ ਦਿੱਕਤਾਂ ਹੋਣ, ਬਟ ਮਰੀਜ਼ ਇਜ਼ ਅੰਡਰ ਟ੍ਰੀਟਮੈਂਟ ਆਲਰੇਡੀ।
ਵੀ ਉਹ ਕੋਈ 3-4 ਦਿਨਾਂ ਦੇ ਅੰਦਰ ਅੰਦਰ ਜਿਹੜੀ ਸੀ ਡਾਇਗਨੋਸਿਸ ਹੋਣ ਦੇ ਵਿੱਚ ਟ੍ਰੀਟਮੈਂਟ ਸਟਾਰਟ ਹੋ ਗਿਆ। ਸੋ ਇੱਕ ਤਾਂ ਇਹ ਵੀ ਲੋਕੀ ਆਉਣਾ ਚਾਹੁੰਦੇ ਨੇ। ਸੋ ਭਗਵੰਤ ਮਾਨ ਨੇ ਇਹ ਗੱਲ ਕੀਤੀ ਹੈ। ਇਸ ਤੋਂ ਇਲਾਵਾ ਜਿਹੜੀਆਂ ਹੈਗੀਆਂ ਉਹਨਾਂ ਨੇ ਕਿਹਾ ਕਿ ਇੰਗਲੈਂਡ ਦੀ ਸਰਕਾਰ ਦੇ ਨਾਲ ਜਿਹੜਾ ਐਜੂਕੇਸ਼ਨ ਨਾਲ ਪਾਰਟਨਰਸ਼ਿਪ ਕਰਨਾ ਚਾਹੁੰਦੇ ਨੇ, ਤੇ ਉਹ ਉੱਥੋਂ ਦੀ ਜਿਹੜੇ ਕਹਿੰਦੇ ਸੀ ਨਾ ਇੱਕ ਵਾਰੀ ਉਹਦਾ ਮਜ਼ਾਕ ਉੜਦਾ ਸੀ ਭਗਵੰਤ ਮਾਨ ਨੇ ਕਿਹਾ ਸੀ ਕਿ ਅਸੀਂ ਐਜੂਕੇਸ਼ਨ ਇਹੋ ਜਿਹੀ ਕਰ ਦਾਂਗੇ ਕਿ ਬਾਹਰਲੇ ਵੀ ਗੋਰੇ ਵੀ ਇੱਥੇ ਪੜ੍ਹਨ ਆਉਣਗੇ। ਸੋ ਉਹਨਾਂ ਨੇ ਆਪਣੀ ਇਸ ਗੱਲ ਦੇ ਉੱਤੇ ਕਰ ਲਿਆ, ਤੇ IT ਸੈਕਟਰ ਸਪੈਸ਼ਲੀ ਜਿਹੜਾ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਨੂੰ ਪਾਰਟਨਰਸ਼ਿਪ ਚਾਹੀਦੀ ਆ। ਫਿਰ ਹੋਰ ਬਹੁਤ ਸਾਰੇ ਸੈਕਟਰਸ ਨੇ, ਜਿਵੇਂ ਜਿਹੜਾ ਹੈਗਾ ਫੂਡ ਪ੍ਰੋਸੈਸਿੰਗ ਆ, ਫਿਰ ਹਾਇਰ ਐਜੂਕੇਸ਼ਨ ਦਾ ਆਪਾਂ ਗੱਲ ਕਰੇ ਲਈਏ, ਸਪੋਰਟਸ ਇਨਫਰਾਸਟ੍ਰਕਚਰ ਐਂਡ ਟ੍ਰੇਨਿੰਗ ਉਹਦੀ ਗੱਲ ਕੀਤੀ ਆ, ਪਬਲਿਕ ਟਰਾਂਸਪੋਰਟ ਜਿਹੜੀ ਇਲੈਕਟ੍ਰਿਕ ਬੱਸਿਸ ਨੇ ਉਹਨਾਂ ਦੀ ਗੱਲ ਕਰਦੇ ਆ। ਹੁਣ ਇੱਕ ਜਿਹੜਾ ਬਹੁਤ ਹੀ ਵੱਡਾ ਇਸ਼ੂ ਜਿਹੜਾ ਭਗਵੰਤ ਮਾਨ ਨੇ ਇੰਗਲੈਂਡ ਦੇ ਰਾਜਦੂਤ ਨਾਲ ਚੱਕਿਆ, ਉਹ ਹੈਗਾ ਜੀ ਬਾਇਓਮਾਸ ਮੈਨੇਜਮੈਂਟ। ਹੁਣ ਅਸੀਂ ਆ ਪਰਾਲੀ ਦੀ ਗੱਲ ਕਰਦੇ ਆ, ਜਗ੍ਹਾ ਜਗ੍ਹਾ ਤੇ ਗੰਦ ਦੇ ਢੇਰ ਪਏ ਆ, ਰੂੜੀਆਂ ਪਈਆਂ ਨੇ, ਸਾਰਾ ਬਾਇਓਮਾਸ ਹੈ ਜਿਸ ਤੋਂ ਕਈ ਜਗ੍ਹਾ ਦੇ ਵਿੱਚ એનર્ਜੀ ਬਣਦੀ ਹੈ। ਸੋ ਇੰਗਲੈਂਡ ਦੇ ਵਿੱਚ ਵੀ ਹੈ, ਯੂਰਪ ਦੇ ਵਿੱਚ ਵੀ ਹੋਰ ਜਿਹੜੀ ਟੈਕਨੋਲੋਜੀ ਅਵੇਲੇਬਲ ਹੈ। ਸੋ ਭਗਵੰਤ ਮਾਨ ਨੇ ਇਹ ਗੱਲ ਕੀਤੀ ਹੈ, ਤੇ ਉਹਨਾਂ ਤੋਂ ਇੰਪ੍ਰੈਸ ਹੋ ਕੇ ਜਿਹੜੇ ਐਲੈਕਸ ਐਲਿਸ ਨੇ ਕਿਹਾ ਕਿ ਅਸੀਂ ਪੰਜਾਬ ਦੇ ਨਾਲ ਇੱਕ ਬਿਹਤਰ ਟਾਈ ਅਪ ਕਰਨ ਜਾ ਰਹੇ ਹਾਂ, ਤੇ ਇਹਦੀਆਂ ਜਿਹੜੀਆਂ ਹੋਰ ਜਿਹੜੇ ਐਵੀਨਿਊਜ਼ ਨੇ ਔਰ ਜਿਹੜੀਆਂ ਪ੍ਰਪੋਜ਼ਲਸ ਨੇ ਉਹ ਅਸੀਂ ਐਕਸਪਲੋਰ ਕਰਾਂਗੇ। ਇਹ ਹੁਣ ਅਸਲੀ ਜਾਂ ਅਮਲੀ ਜਾਮਾ ਇਹਨਾਂ ਦੇ ਉੱਪਰ ਕਦੋਂ ਆਉਂਦਾ ਇਹ ਦੇਖਣ ਵਾਲੀ ਗੱਲ ਹੋਣੀ ਹੈ, ਕਿਉਂਕਿ ਇਹਦੇ ਵਿੱਚ ਇੰਟਰਨੈਸ਼ਨਲ ਇਸ਼ੂਜ਼ ਨੇ। ਗਵਰਨਮੈਂਟ ਆਫ ਇੰਡੀਆ ਵੀ ਇਨਵੋਲਵਡ ਹੋਏਗੀ। ਕੀ ਗਵਰਨਮੈਂਟ ਆਫ ਇੰਡੀਆ ਇਸ ਨੂੰ ਫੈਸਿਲੀਟੇਟ ਕਰੇਗੀ ਕਿ ਅੜਿੱਕਾ ਬਣੂਗੀ? ਨੋਰਮਲੀ ਤਾਂ ਸਾਡੇ ਜਿਹੜੇ ਸਰੋਤੇ ਨੇ ਉਹ ਕਹਿਣਗੇ ਅੜਿੱਕਾ ਹੀ ਬਣਨਗੇ, ਪਰ ਕਈ ਵਾਰੀ ਜ਼ਰੂਰੀ ਨਹੀਂ ਹੁੰਦਾ। ਸਰਕਾਰਾਂ ਵੀ ਚਾਹੁੰਦੀਆਂ ਨੇ ਕਿ ਡਿਵੈਲਪਮੈਂਟ ਹੋਵੇ। ਸੋ ਇਹ ਦੇਖਦੇ ਆ ਜੀ ਕਿ ਭਗਵੰਤ ਮਾਨ ਦੀ ਇਹ ਜਿਹੜੀ ਮਕਬੂਲੀਅਤ ਹੈ ਉਹ ਪੰਜਾਬ ਵਾਸਤੇ ਇੰਟਰਨੈਸ਼ਨਲ ਲੈਵਲ ਤੋਂ ਕੀ ਬੈਨੀਫਿਟਸ ਲੈ ਕੇ ਆਉਂਦੀ ਜੀ। ਪੰਦੇਰ ਸਾਹਿਬ, ਭਾਰਤ ਦੀ ਸੁਪਰੀਮ ਕੋਰਟ ਨੇ ਹੁਣ ਕਿਹਾ, ਕਹਿੰਦੇ ਵੀ ਪੰਜਾਬ ਦੇ ਵਿੱਚ ਘੱਟੋ ਘੱਟ 2000 ਕਹਿੰਦੇ ਅਜਿਹੇ ਲੋਕ ਨੇ ਜਿਨ੍ਹਾਂ ਦੇ ਉੱਤੇ NDPS ਐਕਟ ਦੇ ਅਧੀਨ ਕਹਿੰਦੇ ਕੇਸਿਸ ਚੱਲ ਰਹੇ ਨੇ। ਉਹਨਾਂ ਦੇ ਕਹਿੰਦੇ ਬਣਦੀ ਕਾਰਵਾਈ ਹੋ ਨਹੀਂ ਰਹੀ, ਤੇ ਸਰਕਾਰ ਨੂੰ ਹੁਣ ਨਿਰਦੇਸ਼ ਦਿੱਤੇ ਗਏ ਨੇ ਕਿ ਤੁਸੀਂ ਸਮਾਂਬੱਧ ਤਰੀਕੇ ਦੇ ਨਾਲ ਕਹਿੰਦੇ ਉਹਨਾਂ ਦੇ ਖਿਲਾਫ ਕਾਰਵਾਈ ਕਰੋ। ਹਾਂਜੀ ਵਾਸੂ ਜੀ, ਇਹ ਇੱਕ ਬਹੁਤ ਅਹਿਮ ਕੇਸ ਚੱਲ ਰਿਹਾ। 2 ਕੇਸ ਚੱਲ ਰਹੇ ਨੇ, ਇੱਕ ਤਾਂ ਸੁਪਰੀਮ ਕੋਰਟ ਚੱਲ ਰਿਹਾ, ਇੱਕ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਜਿਹੜੀਆਂ ਵੱਖ-ਵੱਖ SITs ਦੀਆਂ ਰਿਪੋਰਟਾਂ ਨੇ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਸਾਹਮਣੇ ਨੇ। ਉਹਨਾਂ ਦੇ ਵਿੱਚ ਵੀ ਪੰਜਾਬ ਸਰਕਾਰ ਨੂੰ ਪਿਛਲੇ ਦਿਨੀ ਝਾੜ ਪਈ ਸੀ, ਤੇ ਹੁਣ ਜਿਹੜਾ ਹੈਗਾ ਸੁਪਰੀਮ ਕੋਰਟ ਦੇ ਵਿੱਚ ਵੀ ਇਹ ਮਸਲਾ ਪਿਆ ਵਾ। ਪਹਿਲਾਂ ਐਡਵੋਕੇਟ ਜਨਰਲਸ ਨੂੰ ਵੀ ਉੱਥੇ ਜਾ ਕੇ ਪੇਸ਼ ਹੋਣਾ ਪੈਂਦਾ ਸੀ, ਤੇ ਹੁਣ ਅਨਮੋਲ ਰਤਨ ਸਿੰਘ ਸਿੱਧੂ ਵੀ ਉੱਥੇ ਪੇਸ਼ ਹੋਏ ਇਸ ਦੇ ਵਿੱਚ। ਤੋ ਜਿਹੜਾ ਇਹ ਬੈਂਚ ਹੈ ਜਸਟਿਸ AM ਖਾਨਵਿਲਕਰ ਤੇ JB ਪਰਦੀਵਾਲਾ, ਇਹਨਾਂ ਨੇ ਕਿਹਾ ਕਿ ਜਿਹੜਾ NDPS ਹੈ ਇਹ ਯੂਜੂਅਲ ਜਿਹੜਾ NDPS ਜਿਹੜੇ ਸਾਡੇ ਕੁਝ ਸਰੋਤਿਆਂ ਨੂੰ ਮੈਂ ਦੱਸਣਾ, ਨਾਰਕੋਟਿਕ ਡਰੱਗਸ ਐਂਡ ਸਾਈਕੋਟ੍ਰੋਪਿਕ ਸਬਸਟੈਂਸਿਸ ਦਾ ਇਹਦਾ ਸਪੈਸ਼ਲ ਐਕਟ ਆ ਜਿਹੜਾ ਨਸ਼ਿਆਂ ਦੇ ਤਸਕਰੀ ਦੇ ਨਾਲ ਰਿਲੇਟ ਕਰਦਾ। ਬੜਾ ਸਖਤ ਕਾਨੂੰਨ ਹੈ, ਤੇ ਉਹਦੇ 'ਚ ਇਹਨਾਂ ਜੱਜਸ ਨੇ ਕਿਹਾ ਕਿ ਇਹ NDPS ਦਾ ਜਿਹੜਾ ਮੈਟਰ ਹੈ ਯੂਜੂਅਲ ਮੈਟਰ ਨਹੀਂ ਹੈ। ਇਹਦੇ 'ਚ ਹੁਣ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ 2000 ਓਫੈਂਡਰਸ ਉਹ ਐਬਸਕੌਂਡ ਕਰ ਰਹੇ ਆ, ਉਹ ਭਗੌੜੇ ਆ, ਔਰ ਇਹਨਾਂ 'ਚੋਂ ਬਹੁਤ ਸਾਰੇ ਜਿਹੜੇ ਹੈਗੇ ਆ ਉਹ ਵਿਦੇਸ਼ਾਂ 'ਚ ਵੀ ਬੈਠੇ ਆ, ਚਲੇ ਗਏ, ਪੰਜਾਬ 'ਚੋਂ ਚਲੇ ਗਏ। ਔਰ ਉਸ ਜਿਹੜਾ ਮਾਮਲਾ ਸੀਗਾ ਜੀ ਜਗਦੀਸ਼ ਭੋਲਾ ਇਨਵੋਲਡ ਆ, ਔਰ ਬਿਕਰਮ ਸਿੰਘ ਮਜੀਠੀਆ ਨੂੰ ਜਿਸ ਕੇਸ ਦੇ ਵਿੱਚ ਅੰਦਰ ਕੀਤਾ ਗਿਆ, ਉਹਦੇ ਵਿੱਚ 4-5 ਜਿਹੜੇ ਹੈਗੇ ਟੌਪ ਦੇ ਜਿਹੜੇ ਅਕਿਊਜ਼ਡ ਨੇ ਉਹ ਬਾਹਰ ਨੇ, 3 ਤਾਂ ਸ਼ਾਇਦ ਤੁਹਾਡੇ ਕੈਨੇਡਾ 'ਚ ਹੀ ਬੈਠੇ ਨੇ। ਸੋ ਉਹਨਾਂ ਦੀਆਂ ਜਿਹੜੀ ਹੈਗੀ ਐਕਸਟ੍ਰੈਡੀਸ਼ਨ ਦੀ ਪ੍ਰੋਸੀਡਿੰਗਸ ਕੀ ਸਟਾਰਟ ਹੋਈਆਂ ਕਿ ਨਹੀਂ ਹੋਈਆਂ ਨਹੀਂ ਦੱਸਿਆ ਗਿਆ। ਸੋ ਉਹਨਾਂ ਨੇ ਇਹਦੇ ਵਿੱਚ ਕੋਰਟ ਨੇ ਕਿਹਾ ਕਿ ਤੁਸੀਂ ਜੁਲਾਈ 7 ਤੱਕ ਸਾਨੂੰ ਇਹ ਜਿਹੜੀ ਹੈਗੀ ਹੈ ਦੱਸੋ ਕੀ ਹੋਇਆ। ਤੇ ਅਨਮੋਲ ਰਤਨ ਸਿੰਘ ਸਿੱਧੂ ਨੇ ਕੋਰਟ ਦੇ ਸਾਹਮਣੇ ਇਹ ਅਸ਼ੋਰੈਂਸ ਦਿੱਤੀ ਹੈ ਕਿ ਅਸੀਂ ਜਿਹੜੀ ਬਣਦੀ ਕਾਰਵਾਈ ਹੈਗੀ ਆ ਉਹ ਸ਼ੁਰੂ ਬਿਲਕੁਲ ਕਰਾਂਗੇ, ਤੇ ਜਿਹੜੇ ਅਫਸਰਾਂ ਨੇ ਇਸ ਦੇ ਉੱਪਰ ਇਹਨਾਂ ਨੂੰ ਵਾਪਸ ਜਾਂ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਦੀ ਜਵਾਬਦੇਹੀ ਵੀ ਹੋਏਗੀ ਤੇ ਉਹਨਾਂ ਦੇ ਖਿਲਾਫ ਕਾਰਵਾਈ ਵੀ ਹੋਏਗੀ। ਸੋ ਪੰਜਾਬ ਦੇ ਵਿੱਚ ਅੱਜ ਕੱਲ੍ਹ ਮਾਹੌਲ ਕਾਰਵਾਈਆਂ ਦਾ ਚੱਲ ਰਿਹਾ, ਚਾਹੇ MLA ਹੋਣ ਚਾਹੇ ਕੋਈ ਹੋਰ ਹੋਣ, ਪਰ ਇਹ ਜਿਹੜਾ ਡਰੱਗਸ ਦਾ ਇਸ਼ੂ ਆ
ਇਹ ਦੇਖੋ ਕਮਾਲ ਦੀ ਗੱਲ ਹੈ ਕਿ 2000 ਲੋਕੀ ਇਹ ਐਬਸਕੌਂਡ ਕਰ ਰਹੇ ਆ। ਇਹ ਮੇਨਲੀ ਜਿਨ੍ਹਾਂ ਨੂੰ ਅਸੀਂ ਨਾਰਮਲੀ ਕਹਿੰਦੇ ਆ ਬਿਗ ਪਲੇਅਰਸ ਨੇ, ਜਿਹੜਾ ਇਹ ਨਸ਼ਿਆਂ ਦਾ ਜਿਹੜਾ ਗੈਰ ਕਾਨੂੰਨੀ ਧੰਦਾ ਵਾ, ਉਹ ਬੰਦੇ ਵੱਡੇ ਸਮਗਲਰ ਨੇ, ਜਿਹੜੇ ਐਕਿਊਜ਼ ਨੇ ਉਹ ਸਾਰੇ ਦੇ ਸਾਰੇ। ਔਰ ਦੂਸਰੇ ਪਾਸੇ ਜਿਹੜੇ ਕੰਜ਼ਿਊਮ ਕਰਦੇ ਆ, ਜਿਹੜੇ ਨਸ਼ਾ ਵਰਤਦੇ ਆ, ਉਹ 'ਚੋਂ 30-35 ਹਜ਼ਾਰ ਲੋਕਾਂ ਦੇ ਖਿਲਾਫ ਆਲਰੇਡੀ ਕੇਸ ਚੱਲ ਰਿਹਾ, ਉਹਨਾਂ ਦੀ ਅਰੈਸਟ ਹੋ ਚੁੱਕੀ ਆ। ਔਰ ਉਸ ਤੋਂ ਵੀ ਜ਼ਿਆਦਾ ਜਿਹੜੇ ਹੈਗੇ ਆ ਲੋਕੀ ਰੋਜ਼ ਓਵਰਡੋਜ਼ ਦੇ ਨਾਲ ਮਰ ਰਹੇ ਆ। ਉਹਦੇ ਵਿੱਚ ਹੁਣ ਇਹ ਪਤਾ ਨਹੀਂ ਕਿ ਨਸ਼ੇ ਦੀ ਓਵਰਡੋਜ਼ ਕਰਦੇ ਆ ਕਿ ਨਸ਼ੇ ਦੇ ਵਿੱਚ ਮਿਲਾਵਟ ਇਹੋ ਜਿਹੀ ਹੋ ਜਾਂਦੀ ਹੈ। ਵਾਸੂ ਜੀ, ਇਹ ਵੀ ਕਮਾਲ ਆ ਕਿ ਇਹ ਬੇਈਮਾਨੀ ਦਾ ਧੰਦਾ, ਉਹ 'ਚ ਬੇਈਮਾਨੀ ਦਰ ਬੇਈਮਾਨੀ ਹੁੰਦੀ ਆ। ਮੈਨੂੰ ਕੁਝ ਅਫਸਰਾਂ ਨੇ ਦੱਸਿਆ ਸੀਗਾ ਕਿ ਉਹਨਾਂ ਨੂੰ ਇਹ ਸ਼ੱਕ ਹੈ ਕਿ ਕਈ ਵਾਰੀ ਨਸ਼ਾ ਦਿੱਤਾ ਹੀ ਨਹੀਂ ਜਾਂਦਾ, ਕੋਈ ਹੋਰ ਜਿਹੜਾ ਹੈਗਾ ਪਦਾਰਥ ਦਿੱਤਾ ਜਾਂਦਾ ਕਿ ਔਰ ਇਹ ਨੌਜਵਾਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਇਹ ਨਸ਼ਾ ਹੈ ਹੀ ਨਹੀਂ, ਉਹਦਾ ਇੰਜੈਕਸ਼ਨ ਲਾ ਲੈਂਦੇ ਨੇ ਤੇ ਉਹਦੇ ਨਾਲ ਉਹਨਾਂ ਦੀ ਮੌਤ ਹੋ ਜਾਂਦੀ ਆ। ਸੋ ਤੁਸੀਂ ਇਹ ਦੇਖ ਲਓ ਕਿ ਨਸ਼ੇ ਦੀ ਥਾਂ ਤੇ ਕੋਈ ਵੀ ਚਿੱਟਾ ਸਬਸਟੈਂਸ ਪਾ ਦਿਓ, ਕੋਈ ਹੋਰ ਕੈਮੀਕਲ ਪਾ ਦਿਓ, ਦੇ ਦਿਓ ਕੋਈ ਜਿਹਾ ਨਸ਼ਾ, ਤੇ ਉਹਦਾ ਉਹ ਇੰਜੈਕਸ਼ਨ ਲਾ ਲੈਣ ਤਾਂ ਉਹ ਕਿੰਨਾ ਘਾਤਕ ਸਿੱਧ ਹੋ ਸਕਦਾ। ਸੋ ਇਹ ਕਈ ਜਿਹੜੇ ਹੈਗੇ ਆ ਮਸਲੇ ਇਹਦੇ ਸਾਹਮਣੇ ਨੇ, ਘਰ ਉਜੜ ਰਹੇ ਆ ਜੀ। ਇਹਨੂੰ ਮੌਜੂਦਾ ਸਰਕਾਰ, ਬੇਸ਼ੱਕ ਇਸ ਤੋਂ ਪਹਿਲੇ ਵਾਲੀ ਸਰਕਾਰ ਤਾਂ ਸਹੁੰ ਖਾ ਕੇ ਆਈ ਸੀ, ਪਰ ਮੌਜੂਦਾ ਸਰਕਾਰ ਸੰਜੀਦਾ ਲੱਗਦੀ ਹੈ ਜੀ। ਉਹ ਜਿਹੜੀ ਆ ਹੁਣ ਇਸ ਵੇਲੇ ਸੰਕੇਤ ਨਜ਼ਰ ਆ ਰਹੇ ਨੇ ਕਿ ਇਸ ਦੇ ਉੱਪਰ ਨੱਥ ਪਾਈ ਜਾਵੇ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਵਾਨੀ ਨੂੰ ਬਚਾਇਆ ਜਾਵੇ। ਤੇ ਪੰਦੇਸ਼ ਸਾਹਿਬ, ਪੀਲੀਭੀਤ ਦੇ ਵਿੱਚ ਜਿਹੜਾ 1991 ਦੇ ਵਿੱਚ ਇੱਕ ਫਰਜ਼ੀ ਮੁਕਾਬਲਾ ਹੋਇਆ, ਜਿਹਦੇ ਵਿੱਚ 10 ਸਿੱਖਾਂ ਨੂੰ ਪੁਲਿਸ ਕਾਂਸਟੇਬਲਾਂ ਵੱਲੋਂ ਮਾਰ ਦਿੱਤਾ ਗਿਆ ਸੀ। ਉਸ ਮਾਮਲੇ ਵਿੱਚ 34 ਕਾਂਸਟੇਬਲਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਉਹਨਾਂ ਨੇ ਜ਼ਮਾਨਤ ਦੀ ਅਰਜ਼ੀ ਲਗਾਈ, ਪਰ ਇਲਾਹਾਬਾਦ ਹਾਈ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਵਾਸੂ ਜੀ, ਇਹ ਇੱਕ ਬਹੁਤ ਹੀ ਦੁਖਦਾਈ ਅਧਿਆਇ ਹੈ ਪੰਜਾਬ ਦੀ ਜਿਹੜੀ ਹਿਸਟਰੀ ਦਾ ਜੀ। ਪੰਜਾਬ ਦੇ ਦੁਖਾਂਤ ਦਾ। ਉਹਦੇ ਵਿੱਚ ਕਈ ਜ਼ਖਮ ਨੇ। 1984 ਤਾਂ ਸਭ ਤੋਂ ਵੱਡਾ, ਕਿਉਂਕਿ ਹੁਣ ਉਹ ਦਿਨ ਆ ਰਹੇ ਆ। ਸੋ ਪਰ ਕਈ ਐਨਕਾਊਂਟਰ ਜਿੱਥੇ ਲੋਕਾਂ ਨੂੰ ਸ਼ਿਕਾਰ ਕੀਤਾ ਗਿਆ, ਫੇਕ ਐਨਕਾਊਂਟਰ ਵੀ ਸੀਗੇ, ਔਰ ਲੋਕੀ ਜਿਹੜੇ ਮੈਸੈਕਰਸ ਵੀ ਹੋਏ, ਲੋਕਾਂ ਨੂੰ ਬੱਸਾਂ ਚੋਂ ਕੱਢ ਕੇ ਮਾਰਿਆ ਗਿਆ। ਹੁਣ ਕਈ ਵਾਰੀ ਤਾਂ ਖਾੜਕੂ ਜਥੇਬੰਦੀਆਂ ਵੱਲੋਂ ਮਾਰਿਆ ਗਿਆ, ਕਈਆਂ ਨੂੰ ਤਾਂ ਜਿਹੜੇ ਹੈਗੇ ਦਹਿਸ਼ਤਗਰਦਾਂ ਨੇ ਬੰਬਾਂ ਨਾਲ ਉਡਾ ਦਿੱਤਾ। ਪਰ ਕਈ ਜਗ੍ਹਾ ਦੇ ਉੱਤੇ ਪੁਲਿਸ ਵਾਲਿਆਂ ਨੇ ਵੀ, ਬਹੁਤ ਜਗ੍ਹਾ ਦੇ ਉੱਪਰ ਪੁਲਿਸ ਵਾਲਿਆਂ ਨੇ ਵੀ ਵਧੀਕੀਆਂ ਕੀਤੀਆਂ। ਫੇਕ ਐਨਕਾਊਂਟਰਸ, ਅੱਛਾ ਮਿਸਿੰਗ ਜਿਹੜੇ ਹੈਗੇ ਪੀਪਲ, ਉਹਨਾਂ ਦੀ ਗੱਲ ਹੈ, ਉਹ ਹਾਲੇ ਵੀ ਰਿਸ ਰਹੇ ਆ, ਉਹ ਜ਼ਖਮ ਰਿਸ ਰਹੇ ਨੇ ਬਾਰ-ਬਾਰ, ਕਿਉਂਕਿ ਉਹਨਾਂ 'ਚ ਨਿਆਂ ਨਹੀਂ ਹੋਇਆ। ਇਹ ਕੇਸ ਜਿਹੜਾ ਹੈਗਾ ਜੀ ਜੁਲਾਈ 12 1991 ਦਾ ਵਾ ਕਿ ਕਈ ਪਰਿਵਾਰ ਇਕੱਠੇ ਹੋ ਕੇ ਉਹਨਾਂ ਨੇ ਬੱਸ ਕੀਤੀ ਹੋਈ ਸੀਗੀ, ਔਰ ਗੁਰਧਾਮਾਂ ਦੀ ਕਹਿ ਰਹੇ ਆ ਕਿ ਉਹ ਆਪਣੀ ਯਾਤਰਾ ਤੇ ਸੀਗੇ, ਔਰ ਉਹਨਾਂ ਨੂੰ ਪੀਲੀਭੀਤ ਦੇ ਵਿੱਚ ਹੀ ਜਿਹੜਾ ਇਲਾਕਾ ਹੈਗਾ ਉੱਥੇ ਯੂਪੀ ਪੁਲਿਸ ਦੀ ਇੱਕ ਟੁਕੜੀ ਨੇ ਉਹਨਾਂ ਨੂੰ ਘੇਰ ਲਿਆ। ਉਹ 'ਚੋਂ ਇਹ 10 ਜਿਹੜੇ ਸੀਗੇ ਨੌਜਵਾਨ ਲੜਕੇ, ਜਿਹੜੇ ਸਾਬਤ ਸੂਰਤ ਸੀਗੇ ਜੀ, ਪੱਗਾਂ ਬੰਨੀਆਂ ਹੋਈਆਂ ਸੀ, ਔਰ ਉਹਨਾਂ ਦੇ ਵਿੱਚੋਂ ਇੱਕ ਸ਼ਾਇਦ ਅੰਡਰ ਜਿਹੜਾ ਸੀਗਾ ਜੀ, ਛੋਟੀ ਉਮਰ ਦਾ ਵੀ ਸੀ ਲੜਕਾ, ਉਹਨਾਂ ਨੂੰ ਲਾ ਲਿੱਤਾ ਗਿਆ। ਤੇ ਫਿਰ ਉਹਨਾਂ ਨੂੰ ਕਹਿੰਦੇ ਜੀ ਪੁੱਛਗਿੱਛ ਵਾਸਤੇ ਲੈ ਕੇ ਜਾ ਰਹੇ ਆ, ਇਹਨਾਂ ਦੀ ਕਰਨੀ ਹੈ ਜੀ, ਵੈਰੀਫਿਕੇਸ਼ਨ ਕਰਨੀ ਹੈ। ਔਰ ਜਿਹੜੇ ਬਾਕੀ ਦੇ ਸ਼ਰਧਾਲੂ ਸੀ, ਉਹਨਾਂ ਦੀ ਬੱਸ ਨੂੰ ਥਾਂ ਤੇ ਘੁਮਾਈ ਗਏ ਜੀ, ਕਿਤੇ ਨਾ ਕਿਤੇ, ਕਦੇ ਕਿਤੇ। ਅਗਲੇ ਦਿਨ ਸਵੇਰੇ ਇਹਨਾਂ ਸ਼ਰਧਾਲੂਆਂ ਨੇ ਜਦੋਂ ਅਖਬਾਰ ਦੇਖੇ, ਉਹਨਾਂ ਨੂੰ ਪਤਾ ਲੱਗਿਆ ਕਿ ਜਿਹੜੇ 10 ਨੌਜਵਾਨਾਂ ਨੂੰ ਲੈ ਕੇ ਗਏ ਸੀ, ਉਹ 3 ਅਲੱਗ-ਅਲੱਗ ਐਨਕਾਊਂਟਰ ਦੇ ਵਿੱਚ ਉਹਨਾਂ ਨੂੰ ਦਹਿਸ਼ਤਗਰਦ ਬਣਾ ਕੇ ਮਾਰ ਦਿੱਤਾ ਗਿਆ। ਇਹ ਕੇਸ ਬੜੀ ਦੇਰ ਦਾ ਚੱਲਿਆ ਆ ਰਿਹਾ ਹੈ। ਪਿੱਛੇ ਜੇ ਇਹਨਾਂ ਨੂੰ ਆਈ ਥਿੰਕ ਮੇਰੇ ਜਿਹੜੀ ਯਾਦ ਹੈ ਕਿ 47 ਲੋਕਾਂ ਦੇ ਖਿਲਾਫ, ਇਹ 47 ਪੁਲਿਸ ਆਫੀਸਰਸ ਦੇ ਖਿਲਾਫ ਇਹ ਚੱਲੀ ਸੀ, ਕੇਸ ਚੱਲਿਆ ਸੀ, ਉਹਨਾਂ ਦੀ ਕਨਵਿਕਸ਼ਨ ਹੋ ਗਈ ਸੀ। ਤੇ ਇਹ 2016 ਦੇ ਵਿੱਚ ਇਹਨਾਂ ਦੀ CBI ਕੋਰਟ ਨੇ ਇਹਨਾਂ ਨੂੰ ਕਨਵਿਕਟ ਕਰਤਾ ਸੀਗਾ। ਤੇ ਹੁਣ ਉਦੋਂ ਬਾਅਦ ਚੋਂ ਸ਼ਾਇਦ 12 ਨੂੰ ਜਿਹੜੀ ਸੀ ਜ਼ਮਾਨਤ ਮਿਲ ਗਈ ਸੀ, ਕਿਉਂਕਿ ਉਹਨਾਂ ਦੀ ਉਮਰ ਔਰ ਬਹੁਤ ਸੰਗੀਨ ਕਿਸਮ ਦੀ, ਬਹੁਤ ਸੀਵੀਅਰ ਜਿਹੜੀ ਏਲਮੈਂਟ ਹੈ ਇਹ ਦਿਖਾਈ ਜਾਂਦੀ ਹੈ। ਸੋ ਇਹ ਜਿਹੜੇ ਇਹ ਹੁਣ ਇਹਨਾਂ ਨੇ ਬਾਕੀਆਂ ਨੇ ਜਿਹੜੀ ਸੀਗੀ ਬੇਲ ਦੇ ਵਿੱਚ ਇਹ ਲਿਖਿਆ
ਕਿ ਜਿਹੜੇ ਇਹ ਮਰੇ ਸੀਗੇ ਜੀ, ਇਹ ਖਾਲਿਸਤਾਨ ਲਿਬਰੇਸ਼ਨ ਆਰਮੀ ਦੇ ਸੀਗੇ ਜੀ, ਤੇ ਵਿਜੀਲੈਂਸ ਦੀ ਰਿਪੋਰਟ ਸੀ ਕਿ ਜੀ ਖਾਲਿਸਤਾਨ ਲਿਬਰੇਸ਼ਨ ਆਰਮੀ ਦੇ ਪੀਲੀਭੀਤ 'ਚ ਆ ਕੇ ਕੋਈ ਨਾ ਕੋਈ ਵੱਡਾ ਕ੍ਰਾਈਮ ਕਰਨਗੇ ਤਾਂ ਇਹਨਾਂ ਨੇ ਉੱਥੇ ਕੀਤੀ। ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਜੇ ਇਹ ਐਂਟੀ ਸੋਸ਼ਲ ਜਾਂ ਐਂਟੀ ਨੈਸ਼ਨਲ ਐਕਟੀਵਿਟੀ 'ਚ ਇਨਵੋਲਵਡ ਵੀ ਸੀਗੇ ਤਾਂ ਡਿਊ ਕੋਰਸ ਆਫ ਲਾਅ ਸ਼ੁੱਡ ਹੈਵ ਬੀਨ ਅਡਾਪਟਡ। ਤੁਸੀਂ ਜੋ ਕੀਤਾ ਉਹ ਇਟ ਇਜ਼ ਬਾਰਬੈਰਿਕ, ਤੇ ਇਹ ਬਈ ਇਹ ਆ ਮਨੁੱਖੀ ਜਿਹੜਾ ਹੈਗਾ ਤੁਹਾਡਾ ਐਕਸ਼ਨ ਸੀਗਾ ਜੀ। ਸੋ ਇਸ ਲਈ ਇਹਨਾਂ ਨੂੰ ਬੇਲ ਜਿਹੜੀ ਸੀਗੀ ਕਨਵਿਕਸ਼ਨ ਤੋਂ ਬਾਅਦ ਨਹੀਂ ਦਿੱਤੀ ਗਈ। ਸੋ ਕਿਸੇ ਲੈਵਲ ਦੇ ਉੱਤੇ ਜਿਹੜੇ ਇਹ ਪਰਿਵਾਰ ਨੇ ਉਹਨਾਂ ਨੂੰ ਕੁਝ ਜੇ ਕਹਿ ਸਕਦੇ ਹੋ ਨਿਆਂ ਹਾਲੇ ਮਿਲ ਰਿਹਾ। CBI ਕੋਰਟ ਤੋਂ ਇਹ ਅੱਗੇ ਕੇਸ ਗਿਆ ਹੈ, ਸੁਪਰੀਮ ਕੋਰਟ 'ਚ ਗਿਆ ਹੈ ਜੀ ਕੇਸ, ਤੇ ਉੱਥੇ ਸੁਪਰੀਮ ਕੋਰਟ ਨੇ ਇਹਨਾਂ ਨੂੰ ਬੇਲ ਨਹੀਂ ਦਿੱਤੀ ਜੀ। ਪੰਦੇਰ ਸਾਹਿਬ, ਆਮ ਤੌਰ ਤੇ ਇਹ ਕਿਹਾ ਜਾਂਦਾ ਵੀ ਪੰਜਾਬ ਦਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹ ਕੋਈ ਬਹੁਤਾ ਵਧੀਆ ਨਹੀਂ। ਈਵਨ ਇਲੈਕਸ਼ਨ ਦੌਰਾਨ ਵੀ ਉਹ ਇੱਕ ਮੇਨ ਮੁੱਦਾ ਰਿਹਾ ਕਿ ਸਰਕਾਰੀ ਸਕੂਲਾਂ ਦੀ ਹਾਲਤ ਨੂੰ ਬਿਹਤਰ ਕਰੇਗੀ ਆਮ ਆਦਮੀ ਪਾਰਟੀ ਦੀ ਸਰਕਾਰ। ਪਰ ਯੂਨੀਅਨ ਮਿਨਿਸਟਰੀ ਆਫ ਐਜੂਕੇਸ਼ਨ ਵੱਲੋਂ ਇੱਕ ਸਰਵੇਖਣ ਕਰਾਇਆ ਗਿਆ ਪਿਛਲੇ ਸਾਲ ਨਵੰਬਰ 'ਚ। ਉਸ ਸਰਵੇਖਣ ਦੇ ਨਤੀਜੇ ਸਾਹਮਣੇ ਆਏ ਨੇ ਕਿ ਪੰਜਾਬ ਬਹੁਤ ਸਾਰੇ ਸੈਕਟਰਸ ਦੇ ਵਿੱਚ ਐਜੂਕੇਸ਼ਨ ਦੀ ਜਦੋਂ ਗੱਲ ਹੁੰਦੀ ਹੈ ਪੂਰੇ ਭਾਰਤ ਵਿੱਚ ਨੰਬਰ 1 ਤੇ ਹੈ। ਹਾਂਜੀ ਵਾਸੂ ਜੀ, ਇਸ ਤੋਂ ਜਾਣ ਤੋਂ ਪਹਿਲਾਂ ਇੱਕ ਮੈਂ ਥੋੜੀ ਜੀ ਆਪਣੀ ਗਲਤੀ ਸੁਧਾਰਨੀ ਚਾਹੁੰਦਾ ਕਿ ਪਿਛਲੀ ਖਬਰ ਜਿਹੜੀ ਪੀਲੀਭੀਤ ਵਾਲਾ ਸੀਗਾ ਉਹਦੇ 'ਚ ਮੈਂ ਸੁਪਰੀਮ ਕੋਰਟ ਨੇ ਕਿਹਾ ਸੀ, ਉਹ ਇਲਾਹਾਬਾਦ ਹਾਈ ਕੋਰਟ ਦਾ ਲਖਨਊ ਬੈਂਚ ਹੈ ਜੀ ਜੀ। ਹਾਂਜੀ, ਉਹਨਾਂ ਨੇ ਇਹਨਾਂ ਦੀ ਬੇਲ ਡਿਨਾਈ ਕੀਤੀ ਹੈ, ਉੱਥੇ ਉਹਨਾਂ ਦੀ ਅਪੀਲ ਉੱਥੇ ਹੈ ਜੀ। ਹਾਂਜੀ, ਆਪਾਂ ਇਸ ਗੱਲ ਦੇ ਉੱਤੇ ਆਈਏ। ਬਿਲਕੁਲ ਪੰਜਾਬ ਦੀ ਐਜੂਕੇਸ਼ਨ ਸਿਸਟਮ ਦੀ ਜਿਹੜੀ ਗੱਲ ਕੀਤੀ ਜਾਂਦੀ ਆ, ਇਹ ਜਿਹੜਾ ਸਰਵੇ ਸੀਗਾ ਜੀ, ਇਹ ਸਰਵੇ ਕਰਵਾਇਆ ਗਿਆ CBSE ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਤੇ ਨੈਸ਼ਨਲ ਕਾਉਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ NCERT, ਇਹਨਾਂ ਦੀ ਕੋਆਰਡੀਨੇਸ਼ਨ ਦੇ ਨਾਲ ਕੇਂਦਰ ਸਰਕਾਰ ਨੇ ਕਰਾਇਆ ਜੀ। ਔਰ ਇਹ ਬੜਾ ਹੀ ਇਲੈਬੋਰੇਟ, ਜੇ ਆਪਾਂ ਇਹ ਗੱਲ ਕਰੀਏ ਨਾ, ਲੋਕੀ ਨਾਰਮਲੀ ਜਿਹੜੇ ਰਿਸਰਚ ਕਰਦੇ ਆ ਉਹ ਸੈਂਪਲ ਸਾਈਜ਼ ਦੀ ਗੱਲ ਕਰਦੇ ਆ ਵੀ ਸੈਂਪਲ ਸਾਈਜ਼ ਕਿੱਡਾ ਸੀ। ਹੁਣ ਉਹ ਸੈਂਪਲ ਸਾਈਜ਼ ਮੈਂ ਦੱਸ ਦੇਣਾ ਚਾਹੁੰਦਾ, ਇਹ ਜਿਹੜਾ ਨੈਸ਼ਨਲ ਸਰਵੇ ਸੀ ਇਹਦੇ 'ਚ 34 ਲੱਖ ਸਟੂਡੈਂਟਸ ਨੂੰ ਜਿਹੜਾ ਸੀਗਾ 34 ਲੱਖ ਸਟੂਡੈਂਟ 1,18,000 ਸਕੂਲਾਂ ਦੇ ਵਿੱਚ ਸੀ। ਪੰਜਾਬ ਦੇ ਵਿੱਚ ਇਹ ਕੋਈ 1.25 ਲੱਖ ਸਟੂਡੈਂਟ ਸੀਗੇ ਤੇ ਕੋਈ 3650 ਸਕੂਲਾਂ ਦੇ ਵਿੱਚੋਂ ਜਿਹੜੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਨੂੰ ਇਹਨਾਂ ਨੇ ਕੀਤਾ। ਸੋ ਇਹਦੇ 'ਚ ਜਿਹੜੀ ਬੱਚੇ ਜਿਹੜੇ ਟੈਸਟ ਹੋਏ ਉਹਨਾਂ ਦੀਆਂ ਕਲਾਸਿਸ ਸੀਗੀਆਂ 3 ਦੇ 5ਵੀਂ ਦੇ 8ਵੀਂ ਤੇ 10ਵੀਂ ਦੇ। ਇਹਨਾਂ ਸਾਰਿਆਂ ਦੀ ਇਹਨਾਂ ਨੇ ਗੱਲ ਕੀਤੀ ਹੈ। ਹੁਣ ਇਹ ਦੇਖੋ ਜਿਹੜਾ ਸਰਵੇ ਆਇਆ, ਇਹਦੇ ਰਿਜ਼ਲਟ ਆਏ ਆ, ਇਹ 2017 ਦੇ ਵਿੱਚ ਜਿਹੜਾ ਇਹੋ ਜਿਹਾ ਸਰਵੇ ਹੋਇਆ ਸੀ, ਉਦੋਂ ਪੰਜਾਬ ਬਹੁਤ ਬੁਰੀ ਤਰ੍ਹਾਂ ਪਿਛੜਿਆ ਸੀ, ਵਰਸਟ ਪਰਫਾਰਮਿੰਗ ਸਟੇਟ ਸੀ। ਹੁਣ ਇਹਨਾਂ ਨੇ ਜਿਹੜੀਆਂ ਕਲਾਸ 3 ਤੇ 5ਵੀਂ ਜਿਹੜੀ ਹੈ ਉਹਨਾਂ ਨੂੰ ਟੈਸਟ ਕੀਤਾ ਗਿਆ ਸੀਗਾ ਜੀ, ਲੈਂਗੁਏਜ ਪੰਜਾਬੀ, ਹਿਸਾਬ ਦੇ ਵਿੱਚ ਤੇ ਐਨਵਾਇਰਨਮੈਂਟਲ ਸਟੱਡੀਜ਼ ਜਿਹਨੂੰ EVS ਕਹਿੰਦੇ ਆ, ਜਿਹਦੇ 'ਚ ਆਪਾਂ ਜਿਓਗ੍ਰਾਫੀ ਵਗੈਰਾ ਇਹ ਸਾਰੀ ਹੁੰਦੀ ਹੈ ਜੀ। ਉਹ ਕਲਾਸ 8ਵੀਂ ਜਿਹੜੇ ਸੀਗੇ ਜੀ ਉਹਨਾਂ ਨੂੰ ਮੈਥਮੈਟਿਕਸ, ਸਾਇੰਸ, ਸੋਸ਼ਲ ਤੇ ਸੋਸ਼ਲ ਸਟੱਡੀਜ਼, ਫਿਰ ਲੈਂਗੁਏਜ, ਉਹ ਫਿਰ ਪੰਜਾਬੀ ਸੀਗੀ। ਫਿਰ ਜਿਹੜੀ 10ਵੀਂ ਦੇ ਸਟੂਡੈਂਟ ਸੀਗੇ ਜੀ ਉਹਨਾਂ ਨੂੰ ਇੰਗਲਿਸ਼, ਮੈਥਮੈਟਿਕਸ, ਸਾਇੰਸ, ਸੋਸ਼ਲ ਸਟੱਡੀ ਤੇ ਮਾਡਰਨ ਇੰਡੀਅਨ ਲੈਂਗੁਏਜ, ਇਹਦੇ ਵਿੱਚ ਫਿਰ ਪੰਜਾਬ ਦੇ ਵਿੱਚ ਪੰਜਾਬੀ ਹੋਈ ਸੀਗੀ। ਹੁਣ ਇਹਦੇ ਵਿੱਚ ਇਹ ਆਇਆ ਕਿ ਪੰਜਾਬ ਦੀ ਜਿਹੜੀ 3, 5ਵੀਂ ਤੇ 8ਵੀਂ ਦੇ ਸਟੂਡੈਂਟ ਸੀਗੇ ਜੀ ਉਹਨਾਂ ਨੇ ਅਕ੍ਰੋਸ ਇੰਡੀਆ ਟੌਪ ਕੀਤਾ। 10ਵੀਂ ਦੇ ਜਿਹੜੇ ਸੀਗੇ ਜੀ ਉਹ ਹਾਈਐਸਟ ਸਕੋਰ ਆਏ ਹੈ ਜੀ ਮੈਥਮੈਟਿਕਸ ਤੇ, ਸੈਕੰਡ ਹਾਈਐਸਟ ਸਾਇੰਸ ਦੇ ਵਿੱਚ, ਸੋਸ਼ਲ ਸਾਇੰਸਿਸ ਦੇ ਵਿੱਚ ਤੇ ਥਰਡ ਲੈਂਗੁਏਜ ਜਿਹੜੀ ਸੀਗੀ ਉਹ ਥਰਡ ਆਏ। ਫਿਰ ਹੁਣ ਪਰ ਜਿਹੜਾ ਅਕ੍ਰੋਸ ਸੀਗਾ ਜੀ ਸਾਰੇ ਜਿਹੜੇ ਸੀਗੇ ਜੀ ਉਹ ਪੰਜਾਬ ਦੇ ਜਿਹੜੇ ਸਟੂਡੈਂਟ ਨੇ ਉਹਨਾਂ ਨੇ ਨੈਸ਼ਨਲ ਐਵਰੇਜ ਤੋਂ ਜ਼ਿਆਦਾ ਸਕੋਰ ਕੀਤਾ। ਔਰ ਇਹਦੇ ਵਿੱਚ ਜਿਹੜੀ ਹੁਣ ਗੱਲ ਕਰ ਰਹੇ ਆ ਉਹ ਕਹਿੰਦੇ ਵੀ ਇਹਨਾਂ ਨੇ ਦਿੱਲੀ ਦੇ ਜਿਹੜਾ ਅਰਵਿੰਦ ਕੇਜਰੀਵਾਲ ਸ਼ੋਅ ਕਰ ਰਹੇ ਆ ਸਾਰੇ ਪਾਸੇ ਸਕੂਲਾਂ ਦਾ ਮਾਡਲ ਦਿਖਾ ਰਹੇ ਆ ਜੀ, ਉਹਨਾਂ ਨਾਲੋਂ ਕਿਤੇ ਅੱਗੇ ਨੇ ਪੰਜਾਬ ਦੇ ਸਟੂਡੈਂਟਸ। ਤੇ ਇਹ ਕਾਫੀ ਜਿਹੜੀ ਪਹਿਲਾਂ ਤਾਂ ਇਹ ਆਇਆ, ਹੁਣ ਇਸ ਦੇ ਉੱਤੇ ਸਿਆਸਤ ਹੋਣੀ ਲਾਜ਼ਮੀ ਸੀਗੀ ਜੀ। ਤੇ ਜਿਹੜੀ ਪੰਜਾਬ ਵੀ ਤੁਸੀਂ ਕਹਿ ਸਕੋ ਵੀ ਇਹਦੇ 'ਚ ਐਤਕੀ ਟੌਪ ਤੇ ਸੀਗਾ ਤੇ ਬਾਕੀ ਦੀਆਂ ਸਟੇਟਸ ਪਿੱਛੇ ਨੇ। ਮੈਨੂੰ ਉਹਦੀ ਦਿੱਲੀ ਦੀ ਜਿਹੜੀ ਹੈਗੀ ਆ ਰੈਂਕਿੰਗ ਮੈਨੂੰ ਮਿਲੀ ਨਹੀਂ। ਬਹੁਤ ਡਿਟੇਲਡ ਰਿਪੋਰਟ ਜਿਹੜੀ ਹੈਗੀ ਆ ਉਹ ਪੰਜਾਬ ਦੇ ਵਿੱਚ ਇਹ ਇਸ ਵੇਲੇ ਸਰਕੂਲੇਟ ਕਰ ਰਹੀ ਆ। ਪਰ ਇਹਦੇ ਨਾਲ ਆਪੋਜੀਸ਼ਨ ਪਾਰਟੀਆਂ ਨੂੰ ਖਾਸ ਕਰਕੇ ਜਿਹੜੇ ਬਿਆਨ ਤੁਸੀਂ ਇਹ ਦੇਖੋ ਜੀ, ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ
ਸਾਬਕਾ ਮੁੱਖ ਮੰਤਰੀ ਜਿਨ੍ਹਾਂ ਦੇ ਟਾਈਮ ਵੇਲੇ ਇਹ ਗੱਲ ਹੋਈ ਹੈ, ਕਿਉਂਕਿ 2017 ਚ ਉਹਨਾਂ ਨੇ ਆਪਣੀ ਸਰਕਾਰ ਸੰਭਾਲੀ ਸੀ ਤੇ 2021 ਦੇ ਵਿੱਚ ਇਹ ਸਰਵੇ ਹੋਇਆ ਤੇ ਸੋ ਉਸ ਸਰਕਾਰ ਦੀ ਪਰਫਾਰਮੈਂਸ ਦੌਰਾਨ ਸਟੂਡੈਂਟਸ ਨੇ ਇੰਪਰੂਵ ਕੀਤਾ ਤੇ ਉਹਨਾਂ ਨੇ ਵੀ ਗੱਲ ਕੀਤੀ, ਕਹਿੰਦੇ ਜੀ ਹੁਣ ਇਹ ਫਿਗਰਸ ਆ ਰਹੀਆਂ ਨੇ। ਤੇ ਦਲਜੀਤ ਸਿੰਘ ਚੀਮਾ ਜੋ ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਤੋਂ ਪਹਿਲਾਂ ਐਜੂਕੇਸ਼ਨ ਮਿਨਿਸਟਰ ਸੀ, ਉਹਨਾਂ ਦੇ ਵੀ ਬਿਆਨ ਆਏ ਨੇ। ਉਹਨਾਂ ਨੇ ਸਾਰਿਆਂ ਨੇ ਕਿਹਾ ਕਿ ਜੀ ਜਿਹੜੀ ਹੈਗੀ ਹੈ ਸਸਤੀ ਸ਼ੋਹਰਤ ਵਾਸਤੇ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਬਦਨਾਮ ਕੀਤਾ ਜੀ। ਤੇ ਹੁਣ ਕਹਿੰਦੇ ਜੀ ਇਹ ਗੱਲ ਆ, ਬੇਸ਼ੱਕ ਪੰਜਾਬ ਦੇ ਸਕੂਲ ਅੱਜ ਨਾਲ ਖਬਰਾਂ ਇਹ ਵੀ ਛਪੀਆਂ ਨੇ ਕਈ ਜਗ੍ਹਾ ਦੇ ਉੱਤੇ ਕਿ ਸਕੂਲਾਂ ਦੇ ਕੋਲੇ ਇਨਫਰਾਸਟ੍ਰਕਚਰ ਨਹੀਂ ਹੈਗਾ। ਸੋ ਕਿਉਂਕਿ ਇਹ ਜਿਹੜਾ ਸਰਵੇ ਆ ਇਹ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦਾ ਹੈਗਾ, ਸੋ ਟੋਟਲ ਐਜੂਕੇਸ਼ਨ ਸਿਸਟਮ ਦੇ ਬਾਰੇ ਸਰਵੇ ਆਉਂਦਾ ਵਾ ਪੰਜਾਬ ਦੇ। ਸੋ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਜਿਹੜੇ ਟੀਚਰ ਦੀ ਮਿਹਨਤ ਹੈ ਉਹਨੂੰ ਬਦਨਾਮ ਕੀਤਾ ਗਿਆ। ਬੇਸ਼ੱਕ ਅਸੀਂ ਟੀਚਰਸ ਨੂੰ ਪੁਲਿਸ ਦੇ ਹੱਥੋਂ ਕੁੱਟ ਖਾਂਦੇ ਵੀ ਇਸੇ ਸਰਕਾਰ ਦੇ ਟਾਈਮ ਦੇਖਿਆ, ਪਰ ਜਿਹੜੀ ਇਹ ਨੈਸ਼ਨਲ ਸਰਵੇ ਹੈਗਾ ਉਹਦੀਆਂ ਜਿਹੜੇ ਅੰਕੜੇ ਨੇ ਉਹ ਨਜ਼ਰ ਆ ਰਹੇ ਨੇ। ਤੋ ਔਰ ਦੂਸਰੇ ਪਾਸੇ ਮੈਂ ਕੁਝ ਮਾਹਰਾਂ ਨਾਲ ਗੱਲ ਕਰ ਰਿਹਾ ਸੀ ਕਿ ਸਰਵੇ ਦਾ, ਉਹ ਕਹਿੰਦੇ ਜੀ ਇਹ ਸਰਵੇ ਜਿਹੜੀ ਐਜੂਕੇਸ਼ਨ ਦੀ ਗੱਲ ਆ ਉਹ ਦੂਸਰੇ ਪਾਸੇ ਤਾਂ ਇਹ ਵੀ ਤਾਂ ਹੈ ਨਾ, ਕਹਿੰਦੇ ਜੀ ਜੇ ਤੁਸੀਂ ਬਾਹਰਲੇ ਦੇਸ਼ਾਂ 'ਚ ਦੇਖੋ ਜਿਹੜੇ ਉਹਨਾਂ 'ਚ ਯੂਨੀਵਰਸਿਟੀ 'ਚ ਐਡਮਿਸ਼ਨਾਂ ਹੋ ਰਹੀਆਂ ਨੇ, ਇਹ ਕਹਿੰਦੇ ਜੀ ਇਹ ਪਿਛਲੇ 5 ਸਾਲਾਂ ਦਾ ਹੀ ਦੇਖ ਲਓ ਜਾਂ 10 ਸਾਲਾਂ ਦਾ ਦੇਖ ਲਓ, ਉਹਨਾਂ 'ਚ ਜ਼ਿਆਦਾ ਜਿਹੜੀ ਤਾਦਾਦ ਆ ਉਹ ਪੰਜਾਬੀ ਸਟੂਡੈਂਟਸ ਦੀ ਆ ਔਰ ਉਹ ਜਿਹੜੇ ਹੈਗੇ ਪੰਜਾਬੀ ਸਟੂਡੈਂਟਸ ਹੀ ਬਾਹਰ ਅਬਜ਼ੌਰਬ ਹੋ ਰਹੇ ਨੇ, ਉਹਨਾਂ ਦੀਆਂ ਰਿਕੁਆਇਰਮੈਂਟਸ ਪੂਰੀਆਂ ਕਰ ਰਹੇ ਆ। ਔਰ ਇਹ 'ਚ ਕਮਾਲ ਦੀ ਗੱਲ ਹੈ ਕਿ ਜਿਹੜਾ ਅਸੀਂ IELTS ਆਈਲੈਟਸ ਦੀ ਗੱਲ ਕਰਦੇ ਆ ਉਹ ਵੀ ਪੰਜਾਬੀ ਸਟੂਡੈਂਟ ਇਸ ਲਈ ਕਲੀਅਰ ਜ਼ਿਆਦਾ ਕਰਦੇ ਨੇ, ਬੈਂਡ ਉਹਨਾਂ ਦੀ ਜ਼ਿਆਦਾ ਆਉਂਦੇ ਨੇ ਕਿਉਂਕਿ ਅੰਗਰੇਜ਼ੀ ਦੇ ਵਿੱਚ ਬੇਸ਼ੱਕ ਸਾਊਥ ਇੰਡੀਆ ਦੀਆਂ ਸਟੇਟਸ ਨੂੰ ਕਿਹਾ ਜਾਂਦਾ ਕਿ ਉਹ ਅੰਗਰੇਜ਼ੀ ਜ਼ਿਆਦਾ ਵਧੀਆ ਗੱਲ ਕਰਦੇ ਆ, ਪਰ ਪੰਜਾਬ ਨੇ ਐਤਕੀ ਅੰਗਰੇਜ਼ੀ 'ਚ ਵੀ ਟੌਪ ਕੀਤਾ ਇਸ ਸਰਵੇ ਦੇ ਅਨੁਸਾਰ। ਸੋ ਐਜੂਕੇਸ਼ਨ ਸਿਸਟਮ ਦੇ ਵਿੱਚ ਪੰਜਾਬ ਦੇ ਵਿੱਚ ਇੰਨੀ ਮਾੜੀ ਹਾਲ, ਸਟੂਡੈਂਟਸ ਦਾ ਜਿਹੜਾ ਹੈਗਾ ਜਿਹੜੀ ਕਪੈਸਿਟੀ ਆ, ਜਿਹੜਾ ਅਵੇਲੇਬਲ ਜੋ ਵੀ ਕੁਝ ਉਹਨਾਂ ਕੋਲ ਹੈਗਾ, ਸਿਲੇਬਸ ਆ, ਟੀਚਰਸ ਨੇ, ਇਨਫਰਾਸਟ੍ਰਕਚਰ ਆ, ਜਿਹੜਾ ਵੀ ਕੁਝ ਅਵੇਲੇਬਲ ਹੈਗਾ, ਸਟੂਡੈਂਟਸ ਨੇ ਬਹੁਤ ਵਧੀਆ ਪਰਫਾਰਮ ਕੀਤਾ, ਇਹਦੇ 'ਚ ਕੋਈ ਸ਼ੱਕ ਨਹੀਂ। ਉਹਨਾਂ ਦੇ ਟੀਚਰਸ ਵੀ ਵਧਾਈ ਦੇ ਪਾਤਰ ਨੇ। ਹੁਣ ਸਰਕਾਰ ਤੇ ਡਿਪੈਂਡ ਕਰਦਾ ਕਿ ਫੈਸਿਲਿਟੀਜ਼ ਪ੍ਰੋਵਾਈਡ ਕਰੇ, ਇਸ ਸੈਕਟਰ ਨੂੰ ਇੰਪਰੂਵ ਕਰੇ ਤਾਂ ਕਿ ਜਿਹੜੀ ਨਵੀਂ ਸਾਡੀਆਂ ਚੈਲੰਜਸ ਨੇ, ਰਿਕੁਆਇਰਮੈਂਟਸ ਨੇ ਇੰਟਰਨੈਸ਼ਨਲ ਲੈਵਲ ਤੇ, ਉਹਦੇ ਹਿਸਾਬ ਦੇ ਨਾਲ ਸਾਡੇ ਸਟੂਡੈਂਟਸ ਤਿਆਰ ਹੋ ਸਕਣ। ਪੰਦੇਰ ਸਾਹਿਬ, ਇੱਕ ਚੀਜ਼ ਜਿਹੜੀ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਬਹੁਤ ਜ਼ਿਆਦਾ ਸਰਕੂਲੇਟ ਹੋ ਰਹੀ ਹੈ, ਉਹ ਹੈ ਨਵਜੋਤ ਸਿੱਧੂ ਦਾ ਡਾਈਟ ਚਾਰਟ, ਜਿਹੜਾ ਉਹਨਾਂ ਨੂੰ ਜੇਲ੍ਹ ਦੇ ਵਿੱਚ ਖਾਣ ਪੀਣ ਨੂੰ ਸਮਾਨ ਦਿੱਤਾ ਜਾ ਰਿਹਾ। ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਵੀ ਉਹ ਸਵਾਲ ਪੁੱਛ ਰਹੇ ਨੇ ਹੁਣ ਵੀ ਨਵਜੋਤ ਸਿੱਧੂ ਜੇਲ੍ਹ ਗਏ ਨੇ, ਕਿਸੇ 5 ਸਟਾਰ ਹੋਟਲ ਵਿੱਚ ਗਏ ਨੇ। ਵੈਸੇ ਵਾਸੂ ਜੀ ਸੱਚ ਜਾਣਿਓ, ਮੈਂ ਤਾਂ ਜੀ ਉਹਨਾਂ ਦਾ ਦੇਖ ਦੂਖ ਕੇ ਨਾ ਜੀ ਕਾਫੀ ਹੈਰਾਨ ਜਿਹਾ ਹੋ ਗਿਆ। ਪਹਿਲਾਂ ਤਾਂ ਜਿਹੜੀ ਉਹ ਚਾਹ ਪੀਂਦੇ, ਮੈਨੂੰ ਉਹਦਾ ਨਾਂ ਨਹੀਂ ਲੈਣਾ ਹੁੰਦਾ, ਮੈਂ ਨਾ ਕਈਆਂ ਨੂੰ ਕੈਮੋਮਾਈਲ ਟੀ ਜੀ ਹਾਂਜੀ ਜੀ, ਉਹ ਜੀ ਮੈਨੂੰ ਉਹਦਾ ਪਤਾ ਨਹੀਂ। ਔਰ ਫਿਰ ਮੈਂ ਸੀਗਾ ਵੀ ਅਸੀਂ ਤਾਂ ਚਾਹ ਵੀ ਸਟੋਵ ਤੇ ਪਾਣੀ ਉਬਾਲਿਆ, ਪੱਤੀ ਸਿੱਟੀ, ਵਿੱਚ ਦੁੱਧ ਪਾਇਆ ਤੇ ਇਹ ਹੁਣ ਇਹ ਕਿਹੋ ਜਿਹੀਆਂ ਚਾਹਾਂ ਨੇ। ਚਲੋ ਜੀ, ਇੱਕ ਹੁਣ ਹੋਰ ਜੀ ਕਹਿੰਦੇ ਜੀ ਕਿ ਚੀਆ ਸੀਡਸ ਵੀ ਚਾਹੀਦੇ ਨੇ ਜੀ, ਹੁਣ ਇਹ ਕੀ ਨੇ ਜੀ, ਇਹ ਮੈਨੂੰ ਨਹੀਂ ਸਮਝ ਆਉਂਦੀ। ਤੇ ਚਲੋ ਮੈਂ ਲੈਕਟੋਜ਼ ਫ੍ਰੀ ਤਾਂ ਮੈਂ ਮੰਨ ਲੈਂਦਾ ਵੀ ਇਹਦੇ 'ਚ ਕਿਉਂਕਿ ਲੈਕਟੋਜ਼ ਇੰਟੋਲਰੈਂਸ ਹੋ ਜਾਂਦੀ ਆ, ਫਿਰ ਜੀ ਉਹਨਾਂ ਨੂੰ ਸੀਡਸ ਵਿੱਚ ਸਨਫਲਾਵਰ ਦੇ ਵੀ ਚਾਹੀਦੇ ਆ ਜੀ, ਕਈ ਕੁਛ ਜਿਹੜਾ ਬੜੀ ਸਪੈਸ਼ਲ ਇੱਕ ਪੀਕਨ ਨਟਸ ਹੁੰਦੇ ਨੇ ਜੀ, ਇਹ ਨਹੀਂ ਮੈਨੂੰ ਪਤਾ ਕੀ ਨੇ। ਚਲੋ ਅਖਰੋਟ ਤੇ ਬਦਾਮ ਜਿਹੜੇ ਹੈਗੇ ਉਹ ਮੈਂ ਇਹ ਗੱਲ ਤੇ ਹੈਰਾਨ ਹੈ ਕਿ ਜੇ ਆਮ ਲੋਕਾਂ ਦਾ ਤੁਸੀਂ ਖਾਣਾ ਨਹੀਂ ਖਾ ਸਕਦੇ, ਫਿਰ ਆਮ ਲੋਕਾਂ ਦੀ ਜੇ ਤੁਹਾਡੀ ਰੋਟੀ ਆਮ ਲੋਕਾਂ ਵਰਗੀ ਨਹੀਂ, ਫਿਰ ਤੁਸੀਂ ਆਮ ਲੋਕਾਂ ਦੇ ਜਿਹੜੇ ਹੈਗੇ ਆ ਮੁੱਦੇ ਵੀ ਨਹੀਂ ਚੱਕ ਸਕਦੇ, ਕਿਉਂਕਿ ਗੱਲ ਤਾਂ ਬੇਸਿਕਲੀ ਵਾਸੂ ਜੀ ਰੋਟੀ ਦੀ ਆ। ਤੇ ਜੇ ਮੈਂ ਆਮ ਲੋਕਾਂ ਨਾਲੋਂ ਮੇਰੀ ਰੋਟੀ ਦਾ ਬਹੁਤ ਫਰਕ ਆ, ਫਿਰ ਮੈਂ ਆਮ ਲੋਕਾਂ ਦੇ ਮੁੱਦਿਆਂ ਚੋਂ ਵੀ ਬਹੁਤ ਦੂਰ ਆ। ਇਹ ਨਵਜੋਤ ਸਿੱਧੂ ਦੀ ਮੈਨੂੰ ਹੁਣ ਕਿਸੇ ਲੈਵਲ ਦੇ ਉੱਤੇ ਸਮਝ ਆਉਣੀ ਸ਼ੁਰੂ ਹੋ ਗਈ ਕਿ ਨਵਜੋਤ ਸਿੱਧੂ ਦਾ ਇੰਨੀ ਛੇਤੀ ਜਿਹੜਾ ਹੈਗਾ ਸਿਆਸੀ ਪਤਨ ਕਿਉਂ ਹੋਇਆ ਤੇ ਉਸੇ ਟਾਈਮ ਤੇ ਭਗਵੰਤ ਮਾਨ ਦੀ ਚੜ੍ਹਤ ਕਿਉਂ ਹੋਈ। ਸੋ ਜਿਹੜੇ ਦੋਨੋਂ ਪਰਸਨੈਲਿਟੀਜ਼ ਨੇ, ਦੋਨੋਂ ਬਰਾਬਰ ਉਸੇ ਸ਼ੋਜ਼ ਦੇ ਵਿੱਚ ਕੰਮ ਕਰਦੇ ਸੀ, ਉਹੋ ਜਿਹੀ ਸ਼ੋਹਰਤ ਸੀ, ਸਭ ਕੁਝ ਸੀਗਾ। ਇੱਕ ਧਲੰਮਦੇ ਨੇ ਥੱਲੇ ਆ ਡਿੱਗਿਆ, ਦੂਜਾ ਚੜ ਗਿਆ। ਉਹ ਗੱਲ ਬੇਸਿਕਲੀ ਤੁਸੀਂ ਲੋਕਾਂ ਨਾਲ ਕਿਵੇਂ ਜੁੜੇ ਹੋ। ਭਗਵੰਤ ਮਾਨ ਕੀ ਗੱਲ ਕਰਦੇ ਆ, ਉਹ ਕਹਿੰਦੇ ਜੀ ਮੈਂ ਖੂਹੀ 'ਚ ਉਤਰ ਕੇ ਜਿਹੜੀਆਂ ਡੋਰੀਆਂ ਵੀ ਬੰਨ੍ਹਦਾ ਰਿਹਾ। ਬੇਸ਼ੱਕ
ਉਹਦੀ ਨਕਲ ਜਿਹੜੀਆਂ ਹੈਗੀਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਅਪੀਲ ਨਹੀਂ ਹੋਈ। ਲੋਕ ਸਮਝ ਜਾਂਦੇ ਨੇ ਕਿ ਉਹਨਾਂ ਵਰਗਾ ਕੌਣ ਹੈ। ਸੋ ਆਮ ਜਿਹੜੀ ਅੱਜ ਕੱਲ੍ਹ ਉਹ ਪਹਿਲੀ ਵੀ ਗੱਲ ਕਰ ਰਿਹਾ ਸੀ ਕਿ ਭਗਵੰਤ ਮਾਨ ਦੇ ਬਾਰੇ ਹੁਣ ਕਹਿੰਦੇ ਜੀ ਆਮ ਘਰ ਚੋਂ ਉੱਠ ਕੇ ਆਇਆ। ਹੁਣ ਨਵਜੋਤ ਸਿੱਧੂ ਇਸ ਫੂਡ ਦੇ ਨਾਲ ਬੇਸ਼ੱਕ ਉਹਨਾਂ ਦੀਆਂ ਹੈਲਥ ਇਸ਼ੂਜ਼ ਹੈਗੇ ਨੇ, ਉਹਦੀ ਵੀ ਗੱਲ ਕੀਤੀ ਜਾਂਦੀ ਹੈ, ਪਰ ਨਾਲ ਦੀ ਨਾਲ ਹੁਣ ਇਹਦੇ 'ਚ ਲੋਕੀ ਇਹ ਗੱਲ ਕਰਦੇ ਆ ਕੀ ਉਹਨਾਂ ਨੂੰ ਮਿਲਦਾ। ਪਰ ਮੈਂ ਉਹ ਦੇਖ ਰਿਹਾ ਸੀਗਾ ਕਿ ਜੇਲ੍ਹ ਮੈਨੂਅਲ ਜਿਹੜਾ ਹੈ ਉਹ ਅਲਾਓ ਕਰਦਾ। ਇੱਕ ਤਾਂ ਜੇਲ੍ਹ ਮੈਨੂਅਲ ਦੇ ਵਿੱਚ ਇਹ ਫਰਕ ਇੱਕ ਹੋਰ ਹੋਇਆ ਕਿ ਨਾਰਮਲੀ 3 ਵੇਲੇ ਰੋਟੀ ਮਿਲਦੀ ਹੈ, ਉਹ 'ਚ ਜੇਲ੍ਹ ਮੈਨੂਅਲ 'ਚ ਬ੍ਰੇਕਫਾਸਟ, ਲੰਚ, ਡਿਨਰ ਇਹ ਨਹੀਂ ਲਿਖਿਆ ਹੁੰਦਾ। ਉਹ 3 ਵੇਲੇ ਦੀ ਰੋਟੀ ਮਿਲਦੀ ਹੈ, ਜਿਵੇਂ ਆਪਾਂ ਪੰਜਾਬ ਦੀ ਕਹਿ ਦਿੰਦੇ ਹਾਂ ਸਵੇਰੇ ਵਾਲੇ ਦੀ ਰੋਟੀ, ਦੁਪਹਿਰ ਦੀ ਰੋਟੀ ਤੇ ਰਾਤ ਦੀ ਰੋਟੀ ਕਰਕੇ ਖਾਂਦੇ ਹਾਂ, ਉਵੇਂ ਮਿਲਦੇ ਆ। ਸੋ ਉਸੇ ਤਰ੍ਹਾਂ ਉਹਦਾ ਹੈਗਾ। ਪਰ ਜੇ ਇੱਕ ਕੈਦੀ ਦੀ ਕੋਈ ਜਿਹੜੀ ਹੈਗੀ ਆ ਸਿਹਤ ਡਿਮਾਂਡ ਕਰਦੀ ਹੈ ਸਪੈਸ਼ਲ ਸਿਚੁਏਸ਼ਨ ਦੇ ਵਿੱਚ, ਤਾਂ ਜਿਹੜਾ ਜੇਲ੍ਹ ਸੁਪਰਿੰਟੈਂਡੈਂਟ ਹੈ ਉਹ ਮੈਡੀਕਲ ਬੋਰਡ ਬਿਠਾਏਗਾ। ਫਿਰ ਉਹਦੀ ਮੈਡੀਕਲ ਬੋਰਡ ਦੀਆਂ ਸਿਫਾਰਿਸ਼ਾਂ ਦੇ ਅਨੁਸਾਰ ਉਹ ਸਪੈਸ਼ਲ ਡਾਈਟ ਦੇ ਸਕਦੇ ਆ, ਤੇ ਕੈਦੀ ਨੂੰ ਇਹ ਵੀ ਆਗਿਆ ਦਿੱਤੀ ਜਾ ਸਕਦੀ ਹੈ ਕਿ ਉਹ ਆਪਣਾ ਖਾਣਾ ਆਪਣੀ ਬੈਰਕ ਦੇ ਵਿੱਚ ਅੱਡ ਰੱਖ ਲਏ। ਸੋ ਇਹਦੇ ਵਿੱਚ ਰਜਿੰਦਰਾ ਹਸਪੀਟਲ ਦਾ ਮੈਡੀਕਲ ਬੋਰਡ ਬੈਠਿਆ ਸੀ, ਉਹਨਾਂ ਨੇ ਇਹ ਸਿਫਾਰਿਸ਼ਾਂ ਕੀਤੀਆਂ। ਤਾਂ ਨਵਜੋਤ ਸਿੱਧੂ ਨੂੰ 3 ਵੇਲੇ ਦੀ ਰੋਟੀ ਤੋਂ ਬਜਾਏ 7 ਵਾਰੀ ਰੋਟੀ ਖਾਣਾ ਦਿੱਤਾ ਜਾਂਦਾ, ਔਰ ਉਹਨਾਂ ਦੇ ਵਿੱਚ ਖਾਣੇ ਦੇ ਵਿੱਚ ਇਹ ਵੀ ਸੌਟੇ ਕੀਤੇ ਹੋਏ ਵੈਜੀਟੇਬਲ ਤੇ ਫਰੂਟਸ ਵਗੈਰਾ ਵੀ ਉਹਨਾਂ ਦਾ ਇੱਕ ਖਾਣੇ ਦਾ ਹਿੱਸਾ ਨੇ। ਔਰ ਨਾਲ ਦੀ ਨਾਲ ਇੱਕ ਹੋਰ ਹੈ ਜੀ ਕਿ ਉਹਨਾਂ ਨੂੰ ਜਿਹੜਾ ਕਿਉਂਕਿ ਉਹਨਾਂ ਦੀ ਜਿਹੜੀ ਸਜ਼ਾ ਦੀ ਡਿਸਕ੍ਰਿਪਸ਼ਨ ਹੈ ਉਹ ਰਿਗਰਸ ਹੈ, ਬਾਮੁਸ਼ੱਕਤ ਹੈ, ਉਹਨਾਂ ਨੂੰ ਲੇਬਰ ਕਰਨੀ ਪੈਣੀ ਹੈ। ਸੋ ਉਹਨਾਂ ਨੂੰ ਉਹਨਾਂ ਦਾ ਸਮਾਜਿਕ ਅਹੁਦਾ ਦੇਖਦੇ, ਉਹਨਾਂ ਦੀ ਪੜ੍ਹਾਈ ਲਿਖਾਈ ਦੇਖਦੇ ਹੋਏ ਉਹਨਾਂ ਨੂੰ ਜੇਲ੍ਹ ਨੇ ਆਪਣਾ ਮੁਨਸ਼ੀ ਲਗਾ ਲਿਆ, ਤੇ ਕਲੈਰੀਕਲ ਵਰਕ ਜੇਲ੍ਹ ਦੇ ਵਿੱਚ, ਪਟਿਆਲਾ ਸੈਂਟਰਲ ਜੇਲ੍ਹ ਦੇ ਵਿੱਚ ਹੁਣ ਨਵਜੋਤ ਸਿੱਧੂ ਉੱਥੇ ਕਰਿਆ ਕਰਨਾ ਜੀ। ਤੇ ਪੰਦੇਰ ਸਾਹਿਬ ਜੇ ਬਹੁਤ ਬਰੀਫਲੀ ਗੱਲ ਕਰ ਲਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੱਖਣੀ ਸੂਬਿਆਂ ਦੇ ਦੌਰੇ ਤੇ ਗਏ ਹੋਏ ਨੇ, ਉੱਥੇ ਹੈਦਰਾਬਾਦ ਦੇ ਵਿੱਚ ਇੱਕ ਰੈਲੀ ਵੀ ਹੋਈ, ਚੇਨਈ ਵੀ ਗਏ, ਉੱਥੇ ਕਿਹੋ ਜਿਹਾ ਰਿਸਪੌਂਸ ਮਿਲਿਆ ਜੀ? ਵਾਸੂ ਜੀ ਇਹਦੇ 'ਚ ਇੰਪੋਰਟੈਂਟ ਇਹ ਆਉਂਦੀ ਹੈ ਗੱਲ, ਸਾਡੇ ਨਾਰਮਲੀ ਸਰੋਤੇ ਵੀ ਔਰ ਸੋਸ਼ਲ ਮੀਡੀਆ ਦੇ ਉੱਤੇ ਹਿੰਦੂਤਵਾ ਦੀ ਗੱਲ ਕਰ ਦਿੰਦੇ ਜੀ, ਇੱਕੋ ਦੇਸ਼, ਇੱਕੋ ਹੀ ਦੇਸ਼, ਇੱਕੋ ਹੀ ਭਾਸ਼ਾ, ਇੱਕੋ ਹੀ ਧਰਮ, ਇਹਦੀ ਗੱਲ ਕਰਨੀ ਸ਼ੁਰੂ ਕਰ ਦਿੰਦੇ ਆ। ਹੁਣ ਸਾਊਥ ਇੰਡੀਆ ਜਿਹੜਾ ਹੈਗਾ ਜੀ, ਉਹ ਜਿਸ ਤਰ੍ਹਾਂ ਕੇਰਲਾ, ਤਾਮਿਲਨਾਡੂ, ਕਰਨਾਟਕਾ, ਆਂਧਰਾ ਪ੍ਰਦੇਸ਼, ਤੇਲੰਗਾਨਾ, ਇਸ ਨੂੰ ਆਪਾਂ ਕਹਿ ਦਿੰਦੇ ਹਾਂ ਪੌਂਡੀਚੇਰੀ, ਇਹਦੇ ਵਿੱਚ ਡੋਮੀਨੈਂਸ ਜਿਹੜੀ ਹੈ ਉਹ ਹਿੰਦੂ ਸਮਾਜ ਦੀ ਹੈ ਉੱਥੇ, ਔਰ ਬਹੁਤ ਹੀ ਜਿਸ ਨੂੰ ਕਹਿੰਦੇ ਹੁੰਦੇ ਆ ਇੱਕ ਜਿਹਨੂੰ ਕਹਿੰਦੇ ਮੈਂ ਕੱਟੜ ਵਰਤਣਾ ਨਹੀਂ ਚਾਹੁੰਦਾ, ਬਟ ਉਸ ਤਰੀਕੇ ਦੇ ਨਾਲ ਧਰਮ ਨੂੰ ਫੋਲੋ ਕੀਤਾ ਜਾਂਦਾ। ਔਰ ਉੱਥੇ ਤੱਕ ਇਹ ਵੀ ਫਰਕ ਹੈ ਕਿ ਜਿਹੜੇ ਵਿਸ਼ਨੂੰ ਭਗਤ ਨੇ ਔਰ ਸ਼ਿਵ ਭਗਤ ਨੇ, ਉਹਨਾਂ ਦਾ ਵੀ ਆਪਸ ਵਿੱਚ ਵਖਰੇਵਾਂ ਕਾਫੀ ਹੁੰਦਾ। ਜਾਤ ਬਰਾਦਰੀ ਦਾ ਵੀ ਕਾਫੀ ਹੈ ਜੀ ਉੱਥੇ, ਰੈਡੀਆਂ ਦਾ, ਆਈਅੰਗਰ, ਉਹਨਾਂ ਦਾ ਵੀ ਖਾਸੀ ਇੱਕ ਡਾਇਨਾਮਿਕਸ ਹੈ। ਹੁਣ ਜਿਹੜਾ ਜਿਵੇਂ ਪੰਜਾਬ ਦੇ ਵਿੱਚ ਬੀਜੇਪੀ ਦਾ ਜਿਹੜਾ ਹਿੰਦੂਤਵਾ ਦਾ ਮਾਡਲ ਆ ਨਹੀਂ ਚੱਲਿਆ, ਉਸੇ ਤਰ੍ਹਾਂ ਸਾਊਥ ਇੰਡੀਆ 'ਚ ਵੀ ਨਹੀਂ ਚੱਲਦਾ। ਸੋ ਜਦੋਂ ਨਹੀਂ ਚੱਲਦਾ, ਹੁਣ ਨਰਿੰਦਰ ਮੋਦੀ ਜਾਣਾ ਚਾਹੁੰਦੇ ਨੇ, ਤੇਲੰਗਾਨਾ ਦੀਆਂ ਚੋਣਾਂ ਵੀ ਆਉਣੀਆਂ ਨੇ ਇਸ ਸਾਲ ਤੇ ਜਾਂ ਅਗਲੇ ਸਾਲ ਦੇ ਸ਼ੁਰੂ ਦੇ ਵਿੱਚ ਥੋੜਾ ਜਿਹਾ, ਔਰ 2024 ਦੀਆਂ ਚੋਣਾਂ ਰਹਿੰਦੀਆਂ ਨੇ, ਉਹਦੇ ਵਿੱਚ ਉਹਨਾਂ ਨੇ ਪਰਿਵਾਰਵਾਦ ਵਾਲਾ ਆਪਣਾ ਫਾਰਮੂਲਾ ਵਰਤਿਆ। ਪਰ ਉੱਥੇ KCR ਜਿਹੜੇ ਹੈਗੇ ਕੇ ਚੰਦਰ ਸ਼ੇਖਰ ਰਾਓ, ਜੋ ਜਗ੍ਹਾ ਜਗ੍ਹਾ ਜਾ ਰਹੇ ਨੇ, ਲੋਕਾਂ ਨੂੰ, ਅਰਵਿੰਦ ਕੇਜਰੀਵਾਲ ਨੂੰ ਵੀ ਮਿਲੇ, ਕੱਲ ਦੇਵੇ ਗੌੜਾ ਨੂੰ ਮਿਲੇ, ਉਹਨਾਂ ਦੇ ਉੱਤੇ ਹਮਲਾ ਕੀਤਾ ਕਿ ਪਰਿਵਾਰਵਾਦ ਵਧਾ ਰਹੇ ਨੇ। KC ਰਾਓ ਦਾ ਬੇਟਾ, ਬੇਟੀ ਔਰ ਭਤੀਜਾ ਉਹ ਵੀ ਸਰਕਾਰ ਦਾ ਹਿੱਸਾ ਨੇ। ਉਹਦਾ ਜਵਾਬ KCR ਨੇ ਕਿਹਾ, ਕਹਿੰਦੇ ਭਾਸ਼ਣਬਾਜ਼ੀ ਪ੍ਰਧਾਨ ਮੰਤਰੀ ਜੀ ਬਹੁਤ ਹੋ ਗਈ, ਜਿੱਦਣ ਦੇ ਪ੍ਰਧਾਨ ਮੰਤਰੀ ਬਣੇ ਆ ਤਾਂ ਉਦਣ ਦੀ ਜਿਹੜੀ ਦੇਸ਼ ਦੀ ਤਰੱਕੀ ਦਾ ਗ੍ਰਾਫ ਦੱਸੋ ਕੀ ਹੈ, ਹੁਣ ਇਸ ਵੇਲੇ GDP ਕੀ ਆ, ਜਿਹੜੀ ਹੈਗੀ ਆ ਇਨਫਲੇਸ਼ਨ ਦਾ ਹਾਲ ਕੀ ਆ, ਐਮਪਲੋਇਮੈਂਟ ਦਾ ਹਾਲ ਕੀ ਆ, ਲੋਕਾਂ ਨੂੰ ਤੁਸੀਂ ਹੁਣ ਤੱਕ ਬੈਨੀਫਿਟ ਕੀ ਦੇ ਚੁੱਕੇ ਹੋ। ਉਹਨਾਂ ਨੇ ਕਿਹਾ ਜੀ ਇਹਦਾ ਤੁਸੀਂ ਸਾਨੂੰ ਅਸੈਸਮੈਂਟ ਕਰਕੇ ਦਿਓ, ਐਵੇਂ ਇੱਧਰ ਉੱਧਰ ਦੀਆਂ ਗੱਲਾਂ ਨਾ ਮਾਰੋ। ਇਸੇ ਤਰ੍ਹਾਂ ਹੀ ਤਾਮਿਲਨਾਡੂ 'ਚ ਹੋਇਆ, ਉੱਥੇ ਵੀ ਸਟਾਲਿਨ ਦੇ ਨਾਲ ਗੱਲ ਕਰਦੇ ਹੋਏ ਜਿਹੜੀ ਬੜੀ ਹਾਈ ਫਲਾਈਂਗ ਪ੍ਰਧਾਨ ਮੰਤਰੀ ਮੋਦੀ ਆਪਣੀ ਗੱਲ ਕਰਦੇ ਆ ਬਈ ਜਿਹੜੀ ਤਾਮਿਲ ਲੈਂਗੁਏਜ ਆ ਉਹਦੀ ਪ੍ਰਸ਼ੰਸਾ ਕੀਤੀ, ਤਾਂ ਉਹਨਾਂ ਨੇ ਵੀ ਉੱਥੇ ਹੀ ਠੋਕਤਾ, ਕਹਿੰਦੇ ਜੀ ਫਿਰ ਇਹਨੂੰ ਆਫੀਸ਼ੀਅਲ ਲੈਂਗੁਏਜ ਕਰੋ ਤੇ ਇਹਨੂੰ ਹਿੰਦੀ ਦੇ ਬਰਾਬਰ ਦਾ ਦਰਜਾ ਤਾਮਿਲ ਨੂੰ ਮਿਲਣਾ ਚਾਹੀਦਾ। ਸੋ ਜਿਹੜਾ ਬੀਜੇਪੀ ਦੀ ਉਹ ਸਿਆਸਤ ਹੈ, ਉਹਨੂੰ ਸਾਊਥ ਇੰਡੀਆ ਦੇ ਵਿੱਚੋਂ ਕਾਫੀ ਰੈਜ਼ਿਸਟੈਂਸ ਮਿਲੇਗੀ। ਜੀ ਪੰਦੇਰ ਸਾਹਿਬ, ਇਹ ਸਾਰੀਆਂ ਖਬਰਾਂ ਸਾਡੇ ਨਾਲ ਸਾਂਝੀਆਂ ਕਰਨ ਲਈ ਬਹੁਤ ਧੰਨਵਾਦ ਜੀ। ਕੱਲ ਫਿਰ ਗੱਲਬਾਤ ਹੋਏਗੀ।
ਬਹੁਤ ਬਹੁਤ ਮਿਹਰਬਾਨੀ ਜੀ।